ਬੰਦੇ ਦੇ ਕਰਮ ਭਾਗ ਜਿਹੜੇ ਨੇ ਉਹ ਬਣਦੇ ਵੀ ਰਹਿੰਦੇ ਨੇ, ਵਿਗੜਦੇ ਵੀ ਰਹਿੰਦੇ ਨੇ। ਕਰਮ ਔਰ ਭਾਗ ਜਿਹੜੇ ਨੇ ਸਾਧ ਸੰਗਤ ਉਹ ਇੱਕੋ ਜਿਹੇ ਨਹੀਂ ਰਹਿੰਦੇ। ਤਿੰਨ ਚੀਜ਼ਾਂ ਨੇ ਮਨੁੱਖ ਦੇ ਕਰਮ, ਕਰਮਾਂ ਤੋਂ ਉਗੜੇ ਹੋਏ ਭਾਗ ਔਰ ਰੱਬ ਵੱਲੋਂ ਲਿਖੇ ਹੋਏ ਲੇਖ। ਲੇਖਾਂ ਨੂੰ ਪਾਤਸ਼ਾਹ ਨੇ ਕਿਹਾ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਕਰਮ ਚੰਗੇ ਵੀ ਹੋ ਸਕਦੇ ਨੇ, ਕਰਮ ਮਾੜੇ ਵੀ ਹੋ ਸਕਦੇ ਨੇ। ਕਰਮਾਂ ਨਾਲ ਭਾਗ ਜਾਗਦੇ ਨੇ ਔਰ ਮਨੁੱਖ ਦੇ ਭਾਗ ਜਿਹੜੇ ਨੇ ਇੱਕੋ ਜਿਹੇ ਨਹੀਂ ਰਹਿੰਦੇ। ਭਾਗ ਬਣਦੇ ਵੀ ਰਹਿੰਦੇ ਨੇ, ਭਾਗ ਵਿਗੜਦੇ ਵੀ ਰਹਿੰਦੇ ਨੇ। ਭਾਵ ਕਦੇ ਕਰਮ ਭਾਗ ਚੰਗੇ ਹੋ ਜਾਂਦੇ ਨੇ, ਕਦੇ ਜ਼ਿੰਦਗੀ ਵਿੱਚ ਮਾੜੇ ਹੋ ਜਾਂਦੇ ਨੇ। ਇਹ ਦੋਏ ਚੀਜ਼ਾਂ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਔਰ ਰੱਬ ਮਨੁੱਖ ਦੇ ਦੋਵਾਂ ਕਰਮਾਂ ਨੂੰ ਵਾਚਦਾ, ਦੇਖਦਾ ਹੈ, ਵਿਚਾਰਦਾ ਹੈ। ਜਿਵੇਂ ਮਨੁੱਖ ਦੀ ਪ੍ਰਸਥਿਤੀ ਜਿਹੜੀ ਹੈ ਸੰਸਾਰ ਵਿੱਚ ਇੱਕੋ ਜਿਹੀ ਨਹੀਂ ਰਹਿੰਦੀ। ਬਹੁਤੇ ਲੋਕ 20 ਸਾਲ ਪਹਿਲਾਂ ਬਹੁਤ ਅਮੀਰ ਸੀ, ਹੁਣ ਕੰਗਾਲ ਹੋ ਗਏ। 20 ਸਾਲ ਪਹਿਲਾਂ ਲੋਕ ਕੋਈ ਬੰਦੇ ਵੇਖੋਗੇ, ਬਹੁਤੇ ਬੰਦੇ ਗਰੀਬ ਬਹੁਤ ਸੀ, ਹੁਣ 20 ਸਾਲਾਂ ਬਾਅਦ ਭਾਗ ਬਦਲ ਗਏ ਨੇ। ਘਰਾਂ ਦੇ ਭਾਗ ਬਦਲ ਜਾਂਦੇ ਨੇ, ਕਦੇ ਵਿਗੜ ਜਾਂਦੇ ਨੇ। ਕਰੋੜਾਂ ਦੀ ਜਾਇਦਾਦ ਵਾਲੇ ਬੰਦੇ ਮੈਂ ਕੰਗਾਲ ਹੁੰਦੇ ਵੇਖੇ ਨੇ। ਸਾਧ ਸੰਗਤ ਇੱਥੋਂ ਤੱਕ ਹੋਇਆ ਜਿਨ੍ਹਾਂ ਨਾਲ ਲੋਕ ਬਹਿਣਾ ਉੱਠਣਾ, ਰਿਸ਼ਤੇਦਾਰੀ ਜੋੜਨਾ ਚੰਗੇ ਕਰਮ ਸਮਝਦੇ ਸਨ, ਭਾਗ ਸਮਝਦੇ ਸਨ ਵੀ ਉਹ ਰਿਸ਼ਤੇਦਾਰ ਕਿਤੇ ਸਾਡੇ ਬਣ ਜਾਣ। ਜਦੋਂ ਰੱਬ ਵੱਲੋਂ ਕੰਗਾਲ ਹੋ ਗਏ ਨਾ, ਪਰਤ ਕੇ ਉਹਨਾਂ ਦੇ ਪੁੱਤਰਿਆਂ ਦੇ ਰਿਸ਼ਤੇ ਨਹੀਂ ਹੋਏ ਕਿਤੇ, ਔਰ ਲੋਕ ਵੇਖਣ ਲੱਗ ਪਏ ਨਾ ਕੋਲ ਰਿਹਾ ਹੀ ਕੱਖ ਨਹੀਂ। ਹੁਣ ਤਾਂ ਇਹ ਰੋਡ ਉੱਤੇ ਆ ਗਏ ਨੇ, ਜ਼ਮੀਨ ਵਿਕ ਗਈ ਹੈ, ਪੈਸਾ ਕੋਲ ਨਹੀਂ ਹੈ। 20 ਸਾਲ ਪਹਿਲਾਂ ਲੋਕ ਅਮੀਰ ਸੀ, ਉਹ ਬੰਦੇ 20 ਸਾਲਾਂ ਬਾਅਦ ਅੱਜ ਕਰਜ਼ਾਈ ਹੋ ਗਏ। ਇਸ ਤਰ੍ਹਾਂ ਦਾ ਪਰਿਵਾਰ ਇੱਕ ਮੇਰੇ ਸੰਪਰਕ ਵਿੱਚ ਹੈ। ਉਹ 3 ਭਾਈ ਸਨ, ਬਹੁਤ ਮਹਿੰਗੀ ਖੇਤੀ ਸੀ, 50 ਕਿੱਲਿਆਂ ਦੀ ਖੇਤੀ ਕਰ ਰਹੇ ਸੀ ਔਰ ਪਰਿਵਾਰ ਵੱਡਾ ਸੀ। 3 ਭਰਾ ਸੀ ਤੇ ਸਾਧ ਸੰਗਤ 5 ਭੈਣਾਂ ਸੀ, 8 ਜੀ ਸਨ। ਉਹ ਅੱਗੇ 3 ਭਰਾਵਾਂ ਦੇ ਫਿਰ 3-3 4-4 ਬੱਚੇ ਸੀ। ਬਹੁਤ ਵੱਡਾ ਪਰਿਵਾਰ ਕੁਟੁੰਬ ਸੀ। ਔਰ ਇੱਕ ਭਰਾ ਦੀਆਂ 4 ਕੁੜੀਆਂ, ਇੱਕ ਭਰਾ ਦੇ ਫਿਰ 3 ਲੜਕੀਆਂ, ਇੱਕ ਭਰਾ ਦੇ 1 ਲੜਕੀ ਤੇ 2 ਮੁੰਡੇ। ਪਿੰਡ ਵਿੱਚੋਂ ਸਭ ਤੋਂ ਅਮੀਰ ਪਰਿਵਾਰ ਸੀ। ਪਿੰਡ ਵਿੱਚ ਸਭ ਤੋਂ ਪਹਿਲਾਂ ਉਹਨਾਂ ਟਰੈਕਟਰ ਖਰੀਦਿਆ। ਪਿੰਡ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦਾ ਪ੍ਰਭਾਵ ਸੀ। ਭਾਈ ਇਹ 3 ਭਰਾ ਇਕੱਠੀ ਖੇਤੀ ਹੈ, ਅੱਗੇ ਇਹਨਾਂ ਦੇ 2-2 3-3 ਮੁੰਡੇ ਨੇ, ਪਰਿਵਾਰ ਹੈ, ਕੁੜੀਆਂ, ਵੱਡਾ ਕੁਟੁੰਬ ਹੈ। ਤਾਂ 35-40 ਵੋਟਾਂ ਇਕੱਲੇ ਪਰਿਵਾਰ ਦੀਆਂ ਸੀ। ਸਮਾਂ ਬਦਲਦਾ ਗਿਆ, ਕੋਈ 20 ਸਾਲ ਗੁਜ਼ਰੇ ਨੇ। ਸਾਧ ਸੰਗਤ ਉਹਨਾਂ ਦੇ ਅੱਗੇ ਬੱਚਿਆਂ ਵਿੱਚ ਵਖਰੇਵਾਂ ਪੈ ਗਿਆ। ਇੱਕ ਭਰਾ ਨੂੰ ਕਿਸੇ ਨੇ ਭਰਮ ਪਾ ਦਿੱਤਾ, ਤੇਰੀ 1 ਲੜਕੀ ਹੈ। ਦੂਜੇ 2 ਭਰਾਵਾਂ ਦੀਆਂ 3 ਤੇ 4 7 ਲੜਕੀਆਂ ਨੇ, ਤੂੰ 7 ਲੜਕੀਆਂ ਦਾ ਵਿਆਹ ਕਿਵੇਂ ਕਰੇਗਾ? ਤੈਨੂੰ ਹਿੱਸਾ ਤੇ ਬਰਾਬਰ ਦੇਣਾ ਪੈਣਾ ਹੈ। ਤੇਰੀ 1 ਲੜਕੀ ਹੈ, ਉਹ ਦੋਵਾਂ ਭਰਾਵਾਂ ਦੀਆਂ 7 ਲੜਕੀਆਂ ਨੇ, ਵਿਆਹ ਹੋਣਗੇ, ਹਿੱਸਾ ਤੈਨੂੰ ਦੇਣਾ ਪੈਣਾ। ਬਸ ਬੁੱਧ ਵਿੱਚ ਮਤ ਵਿੱਚ ਇਹੋ ਜਿਹਾ ਉਹ ਕਰਮ ਸਾਧ ਸੰਗਤ ਵੜ ਗਿਆ। ਉਹਨੇ ਕਿਹਾ ਮੇਰਾ ਹਿੱਸਾ ਕੱਢ ਦਿਓ। ਜੁਦਾ ਹੋ ਗਿਆ, 1 ਹਿੱਸਾ ਹੋਇਆ, ਦੂਜਾ ਵੀ ਜੁਦਾ ਹੋ ਗਿਆ, ਵੰਡੇ ਗਏ। ਉਸ ਤੋਂ ਬਾਅਦ ਕਾਰੋਬਾਰ ਘਟਦਿਆਂ ਤੁਸੀਂ ਹੈਰਾਨ ਹੋਵੋਗੇ, ਅੱਜ ਉਹਨਾਂ ਦੇ ਪੜਪੋਤੇ ਜਿਹੜੇ ਨੇ ਉਹ ਸਾਧ ਸੰਗਤ 20-20 50-50 ਲੱਖ ਦੇ ਕਰਜ਼ਾਈ ਨੇ, ਜਿਨ੍ਹਾਂ ਕੋਲ 50 ਕਿੱਲੇ ਜ਼ਮੀਨ ਸੀ, ਅੱਜ 3.5 ਖੇਤਾਂ ਦੀ ਖੇਤੀ ਹੈ, 3.5 ਕਿੱਲਿਆਂ ਦੀ। ਜਿਨ੍ਹਾਂ ਨਾਲ ਲੋਕ ਰਿਸ਼ਤਾ ਜੋੜਨ ਲਈ ਉਤਾਵਲੇ ਹੁੰਦੇ ਸੀ, ਉਹ ਪਰਿਵਾਰ ਨਾਲ ਕਿਤੇ ਰਿਸ਼ਤਾ ਸਾਡਾ ਲੜਕੇ ਲੜਕੀ ਦਾ ਬਣ ਜਾਏ, ਅੱਜ ਉਹਨਾਂ ਦੇ ਬੱਚੇ ਰਿਸ਼ਤੇ ਕਰਨ ਨੂੰ ਤਿਆਰ ਨਹੀਂ ਕੋਈ। ਜਦੋਂ ਬੰਦਾ ਕਰਜ਼ਾਈ, ਕਰਮ ਬਦਲਦੇ ਰਹਿੰਦੇ ਨੇ, ਭਾਗ ਬਦਲ ਜਾਂਦੇ ਨੇ। ਕਦੇ ਬੰਦਾ ਅਮੀਰ ਹੁੰਦਾ ਹੈ, ਕਦੇ ਗਰੀਬ ਹੋ ਜਾਂਦਾ ਹੈ। ਇੱਦਾਂ ਸਾਧ ਸੰਗਤ ਮਨੁੱਖੀ ਕਰਮ ਵਾਰੀ ਤੌਰ ਤੇ ਵੀ ਬਦਲਦੇ ਨੇ, ਧਾਰਮਿਕ ਤੌਰ ਤੇ ਵੀ ਬੰਦੇ ਦੇ ਕਰਮ ਤਬਦੀਲ ਹੁੰਦੇ ਰਹਿੰਦੇ ਨੇ। ਕਦੇ ਇਹ ਪਰਉਪਕਾਰੀ ਹੁੰਦਾ, ਕਦੇ ਵਿਕਾਰੀ ਹੋ ਜਾਂਦਾ। ਕਦੇ ਚੰਗੇ ਕਰਮ ਸੋਚਦਾ, ਕਦੇ ਮਾੜੇ ਕਰਮਾਂ ਭਾਗਾਂ ਵੱਲ ਤੁਰ ਪੈਂਦਾ।
ਕਦੇ ਚੰਗੇ ਕਰਮਾਂ ਵੱਲ ਲੋਕ ਤੁਰੇ ਹੁੰਦੇ ਨੇ, ਕਦੇ ਕਰਮ ਬਦਲ ਜਾਂਦੇ ਨੇ। ਸੋ ਪਾਤਸ਼ਾਹ ਨੇ ਕਿਹਾ ਭਾਈ ਸਤ ਸੰਗਤ ਇਸ ਤਰ੍ਹਾਂ ਦੀ ਟਕਸਾਲ ਹੈ ਜਿੱਥੇ ਆਉਣ ਨਾਲ ਗੁਰੂ ਚਰਨਾਂ ਵਿੱਚ ਕਰਮ ਭਾਗ ਬਦਲ ਜਾਂਦੇ ਨੇ। ਮਾੜੇ ਕਰਮਾਂ ਭਾਗਾਂ ਵਾਲਾ ਵੀ ਕੋਈ ਆ ਜਾਏ ਉਹਦੇ ਵੀ ਭਾਗ ਤਬਦੀਲ ਹੋ ਜਾਂਦੇ ਨੇ। ਹੋਰ ਥਾਂ ਤੇ ਜਾਓਗੇ ਕਰਮਾਂ 'ਚ ਘਾਟਾ ਪੈ ਸਕਦਾ ਹੈ, ਹੋਰ ਜਗ੍ਹਾ ਤੇ ਜਾਓਗੇ ਭਾਗ ਮਾੜੇ ਹੋ ਸਕਦੇ ਨੇ। ਸਤ ਸੰਗਤ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਗੁਰੂ ਦੀ ਚਰਨਾਂ ਵਿੱਚ ਗੋਦ ਵਿੱਚ ਜਾਣ ਤੋਂ ਬਾਅਦ ਮੱਥੇ ਦੇ ਭਾਗ ਬਦਲ ਜਾਂਦੇ ਨੇ। ਇਹਨੂੰ ਮਹਾਰਾਜ ਨੇ ਕਿਹਾ ਵੱਡ ਭਾਗੀ ਹਰ ਸੰਗਤ ਭਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹਨੂੰ ਮਹਾਰਾਜ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਇਸੇ ਸਮੇਂ ਤੇ ਸਥਾਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਭਾਈ ਤੇਰੇ ਮਸਤਕ ਦੇ ਕਰਮ ਭਾਗ ਜਾਗ ਜਾਣ, ਤੈਨੂੰ ਸੰਗਤ ਮਿਲ ਜਾਏ। ਔਰ ਸਤ ਸੰਗਤ ਕਰਨ ਨਾਲ ਕਰਮ ਭਾਗ ਬਦਲ ਜਾਂਦੇ ਨੇ। ਫਿਰ ਸੰਗਤ ਵਿੱਚ ਹੁੰਦਾ ਕੀ ਹੈ? ਬਾਹਰ ਖਲੋਵੋਗੇ ਸੰਸਾਰ ਦੀਆਂ ਗੱਲਾਂ ਚੱਲਣਗੀਆਂ, ਕੋਈ ਨਿੰਦਿਆ ਚੁਗਲੀ ਚੱਲੇਗੀ, ਕੋਈ ਮਾੜੀ ਗੱਲਾਂ ਚੱਲਣਗੀਆਂ। ਸੰਗਤ ਵਿੱਚ ਬੈਠੋਗੇ ਕੋਈ ਕਰਮ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਲਈ ਸੰਗਤ ਵਿੱਚ ਬੈਠਿਆਂ ਗੱਲਾਂ ਨਹੀਂ, ਮੋਬਾਈਲ ਨਹੀਂ, ਸੰਗਤ ਵਿੱਚ ਬੈਠਿਆਂ ਭਾਗ ਜਾਗਣਗੇ ਜਦੋਂ ਬੰਦਾ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਅੱਗੇ ਸੁਣਿਓ, ਵਾਹਿਗੁਰੂ ਆਪਾਂ ਵੀ ਕਹਿੰਦੇ ਸਾਰੇ। ਉਸੇ ਵਾਹਿਗੁਰੂ ਗੁਰ ਮੰਤਰ ਦਾ ਇੱਕ ਸਾਧੂ ਜਾਪ ਕਰਦਾ ਹੈ, ਇੱਕ ਸੰਤ ਜਾਪ ਕਰਦਾ ਹੈ, ਸਾਧ ਸੰਗਤ ਉਹਦਾ ਜਪਿਆ ਹੋਇਆ ਲੱਖੀਂ ਲਿਖੇ ਪੈਂਦਾ, ਆਪਣਾ ਜਪਿਆ ਹੋਇਆ ਕਈ ਵਾਰ ਕੱਖ ਵੀ ਲਿਖੇ 'ਚ ਨਹੀਂ ਪੈਂਦਾ। ਕਿਉਂ? ਵਾਹਿਗੁਰੂ ਗੁਰ ਮੰਤਰ ਜਦੋਂ ਸੰਗਤ ਵਿੱਚ ਬੈਠਿਆਂ ਕੋਈ ਜਪਦਾ ਹੈ, ਗੁਰੂ ਦੀ ਨਜ਼ਰ ਕਿਰਪਾ ਹੁੰਦੀ ਹੈ, ਭਾਗ ਜਾਗਦੇ ਨੇ, ਉਹ ਮੰਤਰ ਦ੍ਰਿੜ ਹੋ ਜਾਂਦਾ ਹੈ। ਇਸ ਲਈ ਗੁਰੂ ਕੋਲ ਆਇਆ ਮੰਤਰ ਦ੍ਰਿੜ ਹੁੰਦਾ ਹੈ, ਗੁਰੂ ਕੋਲ ਆਇਆ ਮੰਤਰ ਪੱਕਾ ਹੁੰਦਾ ਹੈ। ਦ੍ਰਿੜਤਾ ਦਾ ਅਰਥ ਹੈ ਜਿਹਨੂੰ ਸੁਰਤ ਨੇ ਪਕੜ ਲਿਆ, ਜਿਹਨੂੰ ਸੁਰਤ ਨੇ ਚੰਗੀ ਤਰ੍ਹਾਂ ਪਕੜ ਵਿੱਚ ਕਰ ਲਿਆ, ਜਿਹਨੂੰ ਸੁਰਤ ਨੇ ਚੰਗੀ ਤਰ੍ਹਾਂ ਪਕਾ ਲਿਆ। ਹੁਣ ਸਾਧ ਸੰਗਤ ਤੋਂ ਮੰਤਰ ਵਿਸਰਦਾ ਨਹੀਂ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਆਪਣੇ ਆਪ ਚੱਲਦਾ ਹੈ। ਜਿਨ੍ਹਾਂ ਬੰਦਿਆਂ ਨੇ ਨਿੱਠ ਕੇ ਭਗਤੀ ਕੀਤੀ ਨਾ ਬਹਿ ਕੇ, ਕੋਈ ਬੰਦਾ 24 ਘੰਟੇ ਨਿੱਠ ਕੇ ਭਗਤੀ ਕਰੇ। ਅੰਮ੍ਰਿਤ ਵੇਲੇ ਸਵੇਰੇ 4 ਵਜੇ ਉੱਠ ਇਸ਼ਨਾਨ ਕਰਕੇ ਬੰਦਗੀ ਸ਼ੁਰੂ ਕਰਦਾ ਹੈ, ਨਿਤਨੇਮ ਤੋਂ ਬਾਅਦ ਸਿਮਰਨ ਚੱਲੇ। ਇਹ ਨਹੀਂ ਕਿ ਉਹ ਸਾਰਾ ਦਿਨ ਚੌਂਕੜਾ ਮਾਰ ਕੇ ਬੈਠਾ ਰਵੇ। ਜਦੋਂ ਸਰੀਰ ਨਹੀਂ ਬਹਿਣ ਦੇ, ਜੋ ਕੁਰਸੀ ਤੇ ਬਹਿ ਜਾਓ, ਬੈੱਡ ਤੇ ਬਹਿ ਜਾਓ, ਥੋੜੀ ਦੇਰ ਢਾਸਣਾ ਲੱਗ ਕੇ, ਪਰ ਹੋਰ ਕੋਈ ਕੰਮ ਨਾ ਹੋਵੇ। ਇਹ ਤੁਹਾਨੂੰ ਐਂ ਲੱਗੇਗਾ ਵੀ ਐਵੇਂ ਭਾਈ ਸਾਹਿਬ ਵਹਿਮ ਭਰਮ 'ਚ ਕਿੱਥੇ ਲਿਖਿਆ ਹੋਇਆ ਕਿਰਤ ਕਰਮ ਕਰਨਾ ਚਾਹੀਦਾ। ਕਿਰਤ ਕਰਨੀ ਚਾਹੀਦੀ ਹੈ, ਪਰ ਕਦੇ ਅਭਿਆਸ ਹੈ 24 ਘੰਟੇ ਦਾ ਹੋਵੇ, ਹੋਰ ਨਹੀਂ ਕੁਝ ਵੀ। ਫਿਰ ਉਹ ਅਭਿਆਸ ਜਦੋਂ ਮੰਤਰ ਦ੍ਰਿੜ ਹੋਣ ਲੱਗ ਪੈਂਦਾ, ਸਾਧ ਸੰਗਤ ਅਜੇ ਤੱਕ ਇਹਨਾਂ ਅੱਖਾਂ ਨਾਲ ਦੁਨੀਆ ਦਿਸਦੀ ਹੈ, ਲੋਕ ਨਜ਼ਰ ਆਉਂਦੇ ਨੇ। ਜਦੋਂ ਮੰਤਰ ਦ੍ਰਿੜ ਹੋਣ ਲੱਗ ਪੈਂਦਾ, ਬੰਦੇ ਨੂੰ ਆਪਣਾ ਆਪ ਦਿਸਣਾ ਸ਼ੁਰੂ ਹੁੰਦਾ, ਆਪਣਾ ਆਪ ਨਜ਼ਰ ਆਉਂਦਾ ਮੈਂ ਕੀ ਹਾਂ। ਸਭ ਤੋਂ ਵੱਧ ਬੰਦਾ ਆਪਣੇ ਆਪ ਤੋਂ ਡਰਦਾ ਹੈ। ਆਪਣੇ ਆਪ ਤੋਂ ਸਭ ਤੋਂ ਵੱਧ ਬੰਦੇ ਨੂੰ ਸ਼ਰਮ ਲੱਜਾ ਹੈ ਕਿ ਜਦੋਂ ਨਾਮ ਦ੍ਰਿੜ ਹੋਣ ਲੱਗਦਾ, ਉਹਦੇ ਅੰਦਰੋਂ ਆਪਾਂ ਆਪ ਦਿਸਣ ਲੱਗ ਪੈਂਦਾ। ਸਾਧ ਸੰਗਤ ਉਦਣ ਸਭ ਤੋਂ ਪਹਿਲਾਂ ਆਪਣੇ ਕਰਮਾਂ ਤੇ ਪਛਤਾਵਾ ਕਰਦਾ, ਕੀਤੇ ਹੋਏ ਕਰਮ ਨਜ਼ਰ ਆਉਣਗੇ, ਆਪਣਾ ਆਪ ਨਜ਼ਰ ਆਉਂਦਾ। ਉਸ ਤੋਂ ਬਾਅਦ ਉਹ ਨਜ਼ਰ ਆਉਂਦਾ ਜਿਹਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਸਾਧ ਸੰਗਤ ਮੰਤਰ ਦ੍ਰਿੜ ਹੋਣ ਲੱਗ ਪੈਂਦਾ। ਸਾਧੂ ਦਾ ਮੰਤਰ ਦ੍ਰਿੜ ਹੁੰਦਾ, ਪੱਕਾ ਹੁੰਦਾ, ਫਿਰ ਉਹਨੂੰ ਨਾਮ ਜਪਣਾ ਨਹੀਂ ਪੈਂਦਾ। ਉਹ ਆਪਣੇ ਆਪ ਸਿਮਰਨ ਅਜੱਪਾ ਜਾਪ ਵਿੱਚ ਚੱਲਦਾ, ਹਰ ਕਰਮ ਵਿੱਚ ਉਹਨੂੰ ਯਾਦ ਰਹਿੰਦਾ, ਉਹਦਾ ਆਧਾਰ ਬਣ ਜਾਂਦਾ। ਪਰ ਉਹ ਕਾਹਦੇ ਨਾਲ ਜਪਦਾ? ਉਦੋਂ ਮਨ ਦੀ ਕਹਾਣੀ ਸ਼ੁਰੂ ਹੁੰਦੀ ਹੈ। ਸਾਧ ਸੰਗਤ ਲਗਾਤਾਰ ਸਿਮਰਨ ਕਰਨ ਨਾਲ ਮਨ ਜਪਣਾ ਸ਼ੁਰੂ ਕਰਦਾ। ਜਦੋਂ ਮਨ ਜਪੇਗਾ ਤਦੋਂ ਮਨ ਦੇ ਅੰਦਰ ਉਹ ਮੰਤਰ ਦ੍ਰਿੜ ਹੁੰਦਾ। ਨਹੀਂ ਤਾਂ ਜ਼ੁਬਾਨ ਨਾਲ ਆਪਾਂ ਸਾਰੇ ਵਾਹਿਗੁਰੂ ਕਹਿੰਦੇ ਹਾਂ,
ਜ਼ੁਬਾਨ ਨਾਲ ਤਨ ਕਰਕੇ ਤਾਂ ਬਹੁਤ ਆਪਾਂ ਕਹਿ ਰਹੇ ਹਾਂ, ਮੰਤਰ ਦ੍ਰਿੜ ਮਨ ਕਰਕੇ ਹੁੰਦਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੇ ਦਿੱਤੇ ਮੰਤਰ ਨਾਲ ਜਦੋਂ ਮਨ ਮੰਨਣ ਲੱਗ ਜਾਏ ਉਦੋਂ ਮੰਤਰ ਦ੍ਰਿੜ ਹੁੰਦਾ ਹੈ। ਸਾਧੂ ਦੀ ਸੰਗਤ ਵਿੱਚ ਇਸ ਲਈ ਆਈਦਾ, ਉਹਦਾ ਮੰਤਰ ਦ੍ਰਿੜ ਹੁੰਦਾ ਹੈ, ਉਹਦਾ ਪੱਕਾ ਹੁੰਦਾ ਹੈ। ਉਹਦੇ ਕੋਲ ਬਹਿਣ ਨਾਲ ਸਾਨੂੰ ਵੀ ਉਹ ਗਿਆਨ ਮਿਲਦਾ ਹੈ। ਨਹੀਂ ਤੇ ਮਹਾਰਾਜ ਬਚਨ ਕਹਿੰਦੇ ਨੇ, ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ। ਨਾਨਕ ਗੁਰ ਪ੍ਰਸਾਦੀ ਮਨ ਵਸੈ, ਤਾਂ ਫਲ ਪਾਵੇ ਕੋਏ। ਭਾਈ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਮੰਤਰ ਮਨ ਵਿੱਚ ਵਸਦਾ ਹੈ। ਇਹਨੂੰ ਮਹਾਰਾਜ ਨੇ ਬਚਨ ਕਹੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਫਿਰ ਮਹਾਰਾਜ ਰਾਮ ਕਿਵੇਂ ਜਪਣੇ? ਹਜ਼ੂਰ ਫਿਰ ਬਚਨ ਕਹਿਣਗੇ, ਭਾਈ ਰੇ ਰਾਮ ਕਹੋ ਚਿੱਤ ਲਾਏ। ਭਾਈ ਚਿੱਤ ਲਾ ਕੇ ਰਾਮ ਕਹੋ, ਭਾਈ ਰੇ ਰਾਮ ਕਹੋ ਚਿੱਤ ਲਾਏ। ਹਰ ਜਸ ਵਖਰ ਲੈ ਚੱਲੋ, ਸਹੁ ਦੇਖੈ ਪਤੀ ਆਏ। ਕਹਿੰਦੇ ਭਾਈ ਨਾਮ ਜਪਣੇ, ਰਾਮ ਕਹਿਣੇ, ਵਾਹਿਗੁਰੂ ਕਹਿਣੇ, ਚਿੱਤ ਲਾ ਕੇ ਕਹਿ, ਦ੍ਰਿੜ ਹੋ ਜਾ ਅੰਦਰ। ਮਹਾਰਾਜ ਜਦੋਂ ਮੰਤਰ ਦ੍ਰਿੜ ਹੋ ਗਿਆ ਫਿਰ ਉਹਦਾ ਫਾਇਦਾ ਕੀ ਹੋਏਗਾ? ਜਦੋਂ ਮੰਤਰ ਦ੍ਰਿੜ ਹੋ ਗਿਆ ਉਹਦੀ ਕੋਈ ਨਿਸ਼ਾਨੀ ਹੈ ਬੰਦੇ ਦੀ? ਐਂ ਤਾਂ ਕੋਈ ਵੀ ਕਹਿ ਸਕਦਾ ਹੈ, ਮੈਂ ਵੀ ਕਹਿ ਦਾਂਗਾ ਮੈਨੂੰ ਮੰਤਰ ਦ੍ਰਿੜ ਹੋਇਆ ਹੋਇਆ ਜੀ, ਮੈਂ ਵੀ ਵਾਹਿਗੁਰੂ ਮੰਤਰ ਦ੍ਰਿੜ ਕੀਤਾ। ਨਹੀਂ, ਪਾਤਸ਼ਾਹ ਤੋਂ ਪੁੱਛੀਏ ਮਹਾਰਾਜ ਨਿਸ਼ਾਨੀ ਕੀ ਹੈ ਜੇ ਮੰਤਰ ਦ੍ਰਿੜ ਹੋ ਜਾਏ? ਕਹਿੰਦੇ ਭਾਈ ਜਦੋਂ ਗੁਰ ਮੰਤਰ ਦ੍ਰਿੜ ਹੋਣ ਲੱਗ ਪੈਂਦਾ ਨਾ ਮਨ ਵਿੱਚ, ਬੰਦੇ ਦੀਆਂ ਸਭ ਤੋਂ ਪਹਿਲਾਂ ਚਿੰਤਾਵਾਂ ਖਤਮ ਹੁੰਦੀਆਂ ਨੇ। ਅੱਜ ਦੇ ਯੁੱਗ ਵਿੱਚ ਕੋਈ ਪਰੇਸ਼ਾਨੀ ਹੈ, ਮਨੁੱਖ ਦੀ ਚਿੰਤਾ ਨਹੀਂ ਮੁੱਕ ਰਹੀ। ਜਿਹਦੇ ਕੋਲ ਬਹੁਤ ਮਾਇਆ ਹੈ ਉਹ ਵੀ ਚਿੰਤਾ ਵਿੱਚ ਹੈ, ਜਿਹਦੇ ਕੋਲ ਵਿਚਾਰੇ ਕੋਲ ਨਹੀਂ ਉਹ ਵੀ ਚਿੰਤਾ ਵਿੱਚ ਹੈ। ਜਿਹਦਾ ਕਾਰੋਬਾਰ ਬਹੁਤ ਚੱਲਦਾ ਉਹ ਵੀ ਚਿੰਤਾ ਵਿੱਚ ਹੈ, ਜਿਹਦਾ ਕਾਰੋਬਾਰ ਨਹੀਂ ਚੱਲ ਰਿਹਾ ਉਹ ਵੀ ਚਿੰਤਾ ਵਿੱਚ ਹੈ। ਅੱਜ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ, ਮਨੁੱਖ ਦੀਆਂ ਚਿੰਤਾਵਾਂ ਵੱਧ ਗਈਆਂ ਨੇ, ਮਨੁੱਖ ਦੀ ਸਟ੍ਰੈਸ ਵੱਧ ਗਈ ਹੈ। ਇਸੇ ਲਈ ਮਨੁੱਖ ਡਿਪਰੈਸ਼ਨ ਵਿੱਚ ਜਾ ਰਿਹਾ ਹੈ। ਸਾਧ ਸੰਗਤ ਉਹਨਾਂ ਚਿੰਤਾਵਾਂ ਕਰਕੇ, ਪਰੇਸ਼ਾਨੀ ਕਰਕੇ, ਉਹ ਡਿਪਰੈਸ਼ਨ ਕਰਕੇ, ਸਟ੍ਰੈਸ ਕਰਕੇ 30-30 ਸਾਲ ਦੀ ਉਮਰ ਨੂੰ ਰੋਗ ਲੱਗ ਰਹੇ ਨੇ। ਅੱਜ ਤੁਸੀਂ ਸ਼ੂਗਰ ਦਾ ਲੋਕਾਂ ਦਾ ਲੈਵਲ ਚੈੱਕ ਕਰੋ ਡਾਕਟਰਾਂ ਕੋਲ ਜਾ ਕੇ, ਜਿਹੜੇ ਰੋਗ ਸਾਧ ਸੰਗਤ 60 ਸਾਲ ਦੀ ਉਮਰ 'ਚ ਨਹੀਂ ਸੀ ਲੱਗੋ 30 'ਚ ਲੱਗ ਰਹੇ। ਚਿੰਤਾਵਾਂ ਵੱਧ ਗਈਆਂ ਨੇ। ਨਾਮ ਮੰਤਰ ਦ੍ਰਿੜ ਹੋਣ ਲੱਗ ਪਿਆ ਮਨ ਵਿੱਚ, ਗੁਰੂ ਦੇ ਦਿੱਤਾ ਮੰਤਰ ਮਨ ਵਿੱਚ ਦ੍ਰਿੜ ਹੋ ਗਿਆ ਤਾਂ ਸਾਧ ਸੰਗਤ ਉਹਦੀ ਨਿਸ਼ਾਨੀ ਕੀ ਹੈ? ਇਹ ਸੱਚ ਹੈ, ਗੁਰੂ ਦਾ ਮੰਤਰ ਤਨ ਨੂੰ ਵੀ ਅਰੋਗ ਰੱਖਦਾ ਤੇ ਮਨ ਨੂੰ ਵੀ ਅਰੋਗ ਰੱਖਦਾ। ਇਹਨੂੰ ਮਹਾਰਾਜ ਨੇ ਕਿਹਾ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼। ਭਾਈ ਤੇਰੇ ਮਨ ਵਿੱਚੋਂ ਤਨ ਵਿੱਚੋਂ ਕਲ ਕਲੇਸ਼ ਮਿਟ ਜਾਣਗੇ। ਪਾਤਸ਼ਾਹ ਫਿਰ ਮੰਤਰ ਦ੍ਰਿੜ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ, ਸੋਏ ਅਚਿੰਤਾ ਜਾਗ ਚਿੰਤਾ। ਪੜੋ, ਸੋਏ ਅਚਿੰਤਾ ਜਾਗ, ਗੱਜ ਕੇ ਪੜੋ, ਸੋਏ ਅਚਿੰਤਾ ਜਾਗ। ਭਾਈ ਉਹ ਸੌਣ ਲੱਗਿਆ ਵੀ ਅਚਿੰਤ ਹੈ, ਇੱਥੇ ਸੌਣ ਲੱਗਿਆ ਵੀ ਚਿੰਤਾ ਦਾ ਟੋਕਰਾ ਪਿਆ ਸਿਰ ਤੇ, ਤਾਈਓ ਨੀਂਦ ਨਹੀਂ ਆਉਂਦੀ ਲੋਕਾਂ ਨੂੰ। ਜਿੰਨਾ ਅਮੀਰ ਹੋਏਗਾ ਉਨੀਆਂ ਗੋਲੀਆਂ ਜ਼ਿਆਦਾ ਖਾ ਕੇ ਸੌਏਗਾ, ਜਿੰਨਾ ਕਾਰੋਬਾਰ ਜ਼ਿਆਦਾ ਵਧਿਆ ਹੋਇਆ ਉਨੀ ਨੀਂਦ ਘੱਟ ਆ ਰਹੀ ਹੈ। ਔਰ ਬਾਦਸ਼ਾਹ ਨੇ ਕਿਹਾ, ਭਾਈ ਜਪਣ ਵਾਲਾ ਜਿਹਦਾ ਮੰਤਰ ਦ੍ਰਿੜ ਹੋ ਗਿਆ ਨਾ, ਉਹ ਸੌਣ ਲੱਗਿਆ ਚਿੰਤ ਸੌਂਦਾ। ਉਹ ਤਾਂ ਜਦੋਂ ਬਿਸਤਰੇ ਤੇ ਪੈਣ ਲੱਗਿਆ ਪੰਕਤੀ ਦ੍ਰਿੜ ਕਰਕੇ ਕਹਿੰਦੇ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ। ਇਹ ਪੰਕਤੀ ਪੜ੍ਹ ਕੇ ਉਹ 10-20 ਵਾਰ ਵੀ ਕਹੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਦੋਂ ਪਤਾ ਲੱਗਦਾ ਜਦੋਂ ਸਵੇਰੇ 4 ਵਜੇ ਜਾਗ ਖੁੱਲਦੀ ਹੈ ਔਰ ਉਹ ਨੀਂਦ ਚੋਂ ਉੱਠੇਗਾ, ਉਦੋਂ ਵੀ ਚੱਲ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਥੇ 1-1 ਘੰਟਾ ਲੋਕ ਸੌਣ ਤੋਂ ਪਹਿਲਾਂ ਪਾਸੇ ਇੱਧਰ ਉੱਧਰ ਮਾਰਦੇ ਨੇ, ਫਿਰ ਮਾੜੀ ਜਿਹੀ ਅੱਖ ਲੱਗਦੀ ਹੈ, ਫਿਰ ਕੋਈ ਨਾ ਕੋਈ ਸੁਪਨਾ ਆ ਜਾਂਦਾ ਹੈ, ਫਿਰ ਉੱਠ ਖਲੋਂਦੇ ਨੇ। ਸਵੇਰੇ ਉੱਠਣਗੇ, ਸਿਰ ਭਾਰਾ ਹੈ, ਰੋਗ ਲੱਗੇ ਹੋਏ ਨੇ, ਸਰੀਰ ਦਾ ਉੱਠਦਿਆਂ ਸਾਰ BP ਚੈੱਕ ਕਰੀਦਾ।
पातशाह कहे वाहिगुरु मंत्र दृढ़ हो जाए, तेरे भाग वड्डे बन गए, फिर की होना है? सोए अचिंता जाग चिंता, जहां कहां प्रभ तू वर। पढ़ो, तुहानू बाणी याद है, नाल पढ़िया करो। सोए अचिंता जाग चिंता, जहां कहां प्रभ तू वरत। भाई ਉਹਦੇ ਅੰਦਰ ਵਿਸ਼ਵਾਸ ਹੋ ਜਾਂਦਾ ਜਪਣ ਵਾਲੇ, ਜਿੱਥੇ ਕਿੱਥੇ ਉਹੀ ਵਰਤ ਰਿਹਾ। ਮੈਨੂੰ ਕਾਦੀ ਟੈਨਸ਼ਨ ਹੈ? ਵਰਤ ਹੀ ਹੋ ਰਿਹਾ, ਆਪੇ ਤੁਹਾਡੇ ਕਾਰਜ ਸਵਾਰਨ ਲੱਗ ਪੈਗਾ। ਫਿਰ ਪਾਤਸ਼ਾਹ ਕਹਿੰਦੇ ਹੁਣ ਉਹਦੇ ਘਰ ਹਿਰਦੇ ਵਿੱਚ ਵੀ ਸੁੱਖ ਤੇ ਬਾਹਰ ਵੀ ਸੁੱਖ, ਮਨ ਵਿੱਚ ਵੀ ਸੁੱਖ, ਤਨ ਵਿੱਚ ਵੀ ਸੁੱਖ, ਘਰ ਪਰਿਵਾਰ ਦੇ ਵਿੱਚ ਵੀ ਸੁੱਖ, ਬਾਹਰ ਜਾਏਗਾ ਕਾਰੋਬਾਰ ਉੱਥੇ ਵੀ ਸੁੱਖ, ਕਿਸੇ ਥਾਂ ਤੇ ਉਹਨੂੰ ਦੁੱਖ ਚਿੰਤਾ ਨਹੀਂ। क्यों? हुण मंत्र गुरु ने दृढ़ कर दिता है। पढ़ो सारे। सोए अचिंता जाग चिंता, जहां कहां प्रभ तू वरतंता। घर सुख वसिया बाहर सुख पाया, कहो नानक गुर मंत्र दृढ़ाया। गुरु ने मंत्र दृढ़ कर दिता है, हुण कारज सुते सिद्ध होण लग पे। साध संगत, मैं जपण वालियां दे दर्शन कीते ने, वो कदे प्लैनिंगां नहीं बनाउंदे। दुनिया प्लैनिंग नाल चलदी ना, प्लैनिंग बनाउणी चाहीदी है, साधु कदे प्लैनिंग नहीं बनाउंदा। ਉਹਨੂੰ ਇੰਨਾ ਵਿਸ਼ਵਾਸ ਹੁੰਦਾ ਹਾਂ ਜਿਹੜੇ ਕੰਮ ਲਈ ਉਹ ਪਲੈਨਿੰਗ ਬਣਾਉਂਦਾ ਵੀ ਆ ਹੋਣਾ, ਉਹਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਅਦਰਵਾਈਜ਼ ਉਹ ਸਾਡੇ ਸੰਸਾਰੀ ਲੋਕਾਂ ਦੀ ਤਰ੍ਹਾਂ ਕੋਈ ਪਲਾਨ ਨਹੀਂ ਕਰਦਾ ਕੰਮ, ਵੀ ਇਸ ਤਰ੍ਹਾਂ ਪਲੈਨਿੰਗ ਹੋਣੀ ਚਾਹੀਦੀ ਹੈ, ਨਹੀਂ, ਉਹਦੀ ਮਰਜ਼ੀ ਹੋਵੇ ਇੱਕ ਪਲ ਵਿੱਚ ਉਹ ਕਰਮ ਬਦਲ ਦਿੰਦਾ ਹੈ, ਕਿਉਂਕਿ ਉਹਨੇ ਸਭ ਕੁਝ ਰੱਬ ਤੇ ਛੱਡਿਆ ਹੋਇਆ ਹੈ। ਉਹਨੂੰ ਪਤਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਉਹ ਦੁਨੀਆ ਦੀ ਤਰ੍ਹਾਂ ਪਲੈਨਿੰਗ ਕਰਕੇ ਨਹੀਂ ਚੱਲਦਾ, ਉਹਨੂੰ ਰੱਬ ਉੱਤੇ ਇਸ ਗੱਲ ਦੀ ਦ੍ਰਿੜ ਵਿਸ਼ਵਾਸ ਹੁੰਦੀ ਹੈ ਕਿ ਬੰਦੇ ਦਾ ਬਣਾਇਆ ਪਲਾਨ ਕਦੇ ਕਾਮਯਾਬ ਨਹੀਂ ਹੁੰਦਾ। ਹਾਂ, ਰੱਬ ਦੀ ਨਜ਼ਰ ਹੋਵੇ ਉਹ ਕੰਮ ਪੂਰਾ ਹੁੰਦਾ। ਅਦਰਵਾਈਜ਼ ਹਜ਼ੂਰ ਕਹਿੰਦੇ ਨੇ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਇਹਨੂੰ ਮਹਾਰਾਜ ਕਹਿਣਗੇ ਮਤਾ ਕਰੇ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਭਾਈ ਰੱਬ ਚਾਹੁੰਦਾ ਹੈ ਤਾਂ ਤੂੰ ਮਤਾ ਜਿਹੜਾ ਮਰਜ਼ੀ ਪਕਾਇਆ ਹੋਵੇ ਉਹਨੇ ਸਵੇਰੇ ਬਦਲ ਦੇਣਾ ਹੈ। मैं उन्होंने साधुओं के कोल दर्शन किए ने रह के, ਜਿਹੜੇ साध संगत कदे प्लान नहीं तैयार करते, इत्थे आ होना चाहिए, कई बार यकदम बदल देंगे ने। सब कुछ किया कराया बदलना पैंदा, ਉਹ फिर साधुओं की कसवट्टी विच कोई विरला रह सकता है। उन्होंने साधुओं की संगत विच हर एक बंदे दे रहण दे वस दी गल नहीं है, कोई विरला रह सकता। क्यों? वो उहदे हुक्म विच रहिंदे ने ते वो साधु दे हुक्म च रहण वाला भी बहुत औखा हो जाता है। साधु 24 आवर 24 घंटे रब दे हुक्म च रहिंदा है, उहदे कोल रहण वाला भी उन्नी दृढ़ता वाला चाहिए। क्यों? उन्हें उहदे हुक्म च रहना, उहदा कोल रहण वाला उहदे हुक्म च रहे। फिर ये बहुत औखा काम है। एक बार महापुरुषों ने साध संगत वो कहते जी अज बंदी छोड़ पुरब है, कहते बेटे आपां लोकां दी तरह नहीं मनाउणा, लोकां दी तरह कहते आपां लोकां वांग नहीं मनाउणा, आपां धन गुरु हरगोबिंद साहब महाराज जी का शुकराना करना है। एक जगह उत्ते कहते इस तरह बेटे थोड़े जिहे दीवे बाल लिओ, उत्थे बह के कीर्तन करिए, तो उत्थे बह के गुरु हरगोबिंद साहब महाराज पातशाह का शुकराना करना है। कहते जी ठीक है, कहते कोई जगह देख लो, कहते इत्थे कर लो पार्क च। तो साध संगत उत्थे वो सेवादारां ने दरियां विछा दित्तियां, लाइट का प्रबंध कर दिता, साउंड का प्रबंध कर दिता। हुण वो विचारे दोपहर तो लगे ने, दरियां विछाइयां ने, तरेल पैंदी, थोड़ा शम्याने 2 ला दिते, आले दुआले थोड़े साउंड रख दिता, दीवे लगाउण दी जगह फट्टे तैयार कर दिते वे इत्थे दीवे लाउणे ने। वो जदों महापुरुष 3 बजे आए ना, ते साध संगत उन्हीं 2 प्लान बनाइया हुई सेवादारां दियां बदलदियां। पहला सेवादारां नूं पुछदे, कहंदे कीर्तन तो बाद बेटे संगत नूं छकाउणा की है? वो कहंदे बाबा जी पकौड़े तैयार कीते ने, चाह दे नाल ओह छका दांगे दुध नाल।
ਕਹਿੰਦੇ ਬੇਟੇ ਸਵੇਰੇ ਜਦੋਂ ਭੋਗ ਪਿਆ ਉਦੋਂ ਕੀ ਬਣਾਇਆ ਸੀ? ਕਹਿੰਦੇ ਜੀ ਉਦੋਂ ਪਕੌੜੇ ਬਣਾਏ ਸੀ। ਕਹਿੰਦੇ ਫਿਰ ਸਵੇਰੇ ਵੀ ਪਕੌੜੇ, ਸ਼ਾਮ ਨੂੰ ਵੀ ਪਕੌੜੇ। ਕਹਿੰਦੇ ਬਦਲ ਦਿਓ ਕੁਛ। ਟੋਕਰੇ ਭਰੇ ਭਰਾਏ ਉਹ ਬਾਅਦ ਵਿੱਚ ਵਰਤਾਏ ਜ਼ਰੂਰ ਹੈ ਸੰਗਤ ਨੂੰ, ਪਰ ਸਾਧ ਸੰਗਤ ਉਦੋਂ ਉਹਨਾਂ ਦਾ ਹੁਕਮ ਮੰਨ ਕੇ ਸੇਵਾਦਾਰ ਨੂੰ ਕਹਿੰਦੇ ਬਦਲ ਦਿਓ ਕੁਝ। ਉਧਰ ਪਕੌੜੇ ਬਣ ਰਹੇ ਨੇ, ਉਧਰ ਬਦਲਣ ਦਾ ਹੁਕਮ ਹੋ ਗਿਆ, ਤੇ ਸਾਧ ਸੰਗਤ ਉਸੇ ਵਕਤ ਬਦਲਣਾ ਪਿਆ ਵੀ ਪਕੌੜੇ ਬਦਲ ਕੇ ਕੁਝ ਹੋਰ ਵਰਤਾਉਣੇ। ਤੇ ਜਿਹੜੀ ਜਗ੍ਹਾ ਉੱਤੇ ਦਰੀਆਂ ਵਿਛੀਆਂ ਨੇ, ਸੌਂਡ ਲੱਗਾ ਹੋਇਆ, ਸ਼ਾਮਾਂ ਨੂੰ ਉੱਥੇ ਸੰਗਤ ਨੇ ਬਹਿਣਾ ਖੁੱਲੇ ਪੰਡਾਲ 'ਚ, ਉੱਥੋਂ ਮਹਾਂਪੁਰਸ਼ ਕਹਿੰਦੇ ਇੱਥੋਂ ਬੇਟੇ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ, ਕਹਿੰਦੇ ਇੱਥੋਂ ਬਦਲ ਦਿਓ, ਉਧਰਲੇ ਪਾਸੇ ਕਰ ਦਿਓ। ਕਹਿੰਦੇ ਮਹਾਰਾਜ 7 ਵਜੇ ਉਹ ਦਰੀਆਂ ਸੌਂਡ ਚੱਕਣਾ ਪਿਆ ਸੇਵਾਦਾਰਾਂ ਨੂੰ, ਉਹ ਚੁੱਕ ਕੇ ਉਧਰ ਲੱਗ ਪਏ। ਇੱਕ ਵਿੱਚੋਂ ਜਿਹੜੇ ਬਹੁਤ ਪਿਆਰ ਵਾਲਾ ਕੋਲ ਸੇਵਾਦਾਰ ਸੀ, ਉਹਦੇ ਮਨ 'ਚ ਆਇਆ, ਕਹਿੰਦੇ ਇਹ ਮਹਾਂਪੁਰਸ਼ ਚੰਗੇ ਆ, ਬਦਲਦੇ ਰਹਿੰਦੇ, ਸਾਨੂੰ ਪੁੱਛੋ ਅਸੀਂ ਦੁਪਹਿਰ ਦੇ ਪਹਿਲਾਂ ਦਰੀਆਂ ਵਿਛਾਉਣ ਲੱਗੇ ਹੋਏ ਹਾਂ, ਦੁਪਹਿਰ ਤੋਂ ਸੌਂਡ ਲਾਉਣ ਲੱਗੇ ਆ, ਦਰੀਆਂ ਵਿਛਾਉਣ ਲੱਗੇ ਹੋਏ ਆ, ਦੁਪਹਿਰ ਤੋਂ ਫਟਿਆਂ ਦਾ ਪ੍ਰਬੰਧ ਕੀਤਾ ਵੇ, ਇੱਥੇ ਦੀਵੇ ਜਗਾਉਣ, ਹੁਣ ਕਹਿੰਦੇ ਜੀ ਉਧਰ ਕਰ ਲਿਓ ਪਰਲੇ ਪਾਸੇ। ਉਹਦੇ ਮਨ 'ਚ ਰੋਸ ਆਇਆ ਥੋੜਾ ਜਿਹਾ, ਕਹਿੰਦਾ ਵੀ ਐਵੇਂ ਮਹਾਂਪੁਰਸ਼ ਭਜਾਈ ਜਾਂਦੇ ਸਾਨੂੰ। ਹੁਣ ਉਹ ਚੁੱਕ ਕੇ ਦਰੀਆਂ ਉਧਰ ਨੂੰ ਭੱਜ ਪਏ, ਸੌਂਡ ਚੁੱਕ ਕੇ ਉਧਰ ਲਾਉਣ ਨੂੰ ਤਿਆਰੀ ਸ਼ੁਰੂ ਹੋ ਗਈ। ਤੇ ਸਾਧ ਸੰਗਤ ਉਹ 20-25 ਸੇਵਾਦਾਰਾਂ ਵਿੱਚੋਂ ਜਿਹੜੇ ਪੱਕੇ ਰਹਿੰਦੇ ਨੇ, ਜਿਹਦੇ ਮਨ 'ਚ ਰੋਸ ਸੀ ਪਰ ਉਹ ਵੀ ਸੇਵਾ ਰਿਹਾ, ਉਹਨੂੰ ਫਿਰ ਮਹਾਂਪੁਰਸ਼ਾਂ ਨੇ ਬੁਲਾਇਆ ਥੋੜੀ ਦੇਰ ਬਾਅਦ। ਕਹਿੰਦੇ ਬੇਟੇ ਤੁਸੀਂ ਸਾਡੀ ਗੱਲ ਸੁਣੋ। ਉਹ ਕੋਲ ਆ ਗਏ ਤਾਂ ਕੋਲ ਸੱਦ ਕੇ ਨਾ ਹੱਸ ਪਏ ਮਹਾਂਪੁਰਸ਼, ਕਹਿੰਦੇ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਇੱਧਰੋਂ ਵੀ ਹੁੰਦੇ ਹੀ ਸੀ ਜਿੱਥੇ ਤੁਸੀਂ ਦਰੀਆਂ ਵਿਛਾਈਆਂ ਸੀ। ਕਹਿੰਦੇ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਇੱਧਰੋਂ ਵੀ ਹੋ ਰਹੇ ਸੀ, ਪਰ ਕਹਿੰਦੇ ਇੱਧਰੋਂ ਬਦਲ ਪਤਾ ਕਿਉਂ ਦਿੱਤਾ ਸੀ? ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਬੇਟੇ ਤੁਸੀਂ ਨੱਠੇ ਭੱਜੇ ਫਿਰਦੇ, ਸਾਨੂੰ ਚੰਗੇ ਬਹੁਤ ਲੱਗਦੇ। ਤੁਸੀਂ ਨੱਠੇ ਭੱਜੇ ਫਿਰਦੇ ਹੋ, ਸੇਵਾ ਕਰਦੇ ਹੋ, ਸਾਨੂੰ ਚੰਗੇ ਬਹੁਤ ਲੱਗਦੇ ਹੋ। ਬੇਟੇ ਇਦਾਂ ਹੀ ਨੱਠੇ ਭੱਜੇ ਫਿਰੀ ਜਾਓ, ਸਾਨੂੰ ਬਹੁਤ ਸੋਹਣੇ ਲੱਗਦੇ ਹੋ ਤੁਸੀਂ। ਉਧਰ ਸੇਵਾ ਹੁਣ ਠੀਕ ਹੈ, ਕਹਿੰਦੇ ਉਦਾਂ ਇੱਧਰ ਵੀ ਠੀਕ ਸੀ, ਪਰ ਹੁਕਮ ਮਹਾਰਾਜ ਦਾ ਉਧਰ ਹੋ ਗਿਆ। ਸਾਧ ਸੰਗਤ ਸਾਧੂ ਰੱਬ ਦੇ ਹੁਕਮ ਚੱਲਦਾ, ਉਹਦੇ ਕੋਲ ਰਹਿਣ ਵਾਲੇ ਨੂੰ ਉਹਦੇ ਹੁਕਮ ਚੱਲਣਾ ਪੈਂਦਾ ਹੈ। ਔਰ ਮਾਫ ਕਰਿਓ ਉਹ ਬੰਦੇ ਅੱਜ ਬੁੱਢੇ ਹੋ ਗਏ ਸੇਵਾ ਕਰਨ ਵਾਲੇ, ਤੇ ਜਿਹੜੀ ਗੱਲ ਮਹਾਂਪੁਰਸ਼ ਕਹਿ ਕੇ ਗਏ ਸੀ ਨਾ, ਤੁਸੀਂ ਸਾਨੂੰ ਨੱਠੇ ਭੱਜੇ ਚੰਗੇ ਬਹੁਤ ਲੱਗਦੇ ਹੋ, ਅੱਜ 70 ਸਾਲ ਦੀ ਉਮਰ ਉਹ ਨੱਠੇ ਭੱਜੇ ਹੀ ਫਿਰਦੇ ਨੇ। ਰੋਗੀ ਨਹੀਂ ਹੋਏ, ਮੰਜਿਆਂ ਨਾਲ ਨਹੀਂ ਲੱਗੇ, ਬਿਮਾਰ ਨਹੀਂ ਹੋਏ, ਅੱਜ 17 ਸਾਲਾਂ ਦੀ ਉਮਰ ਵਾਲੇ ਵੀ ਨੱਠੇ ਭੱਜੇ ਫਿਰਦੇ ਨੇ, ਉਹ ਸੇਵਾ ਕਰਦੇ। ਕਿਉਂ? ਕਿਸੇ ਸਾਧੂ ਦਾ ਬਚਨ ਪੁਕਾ ਲਿਆ, ਸਾਧੂ ਦਾ ਬਚਨ ਮੰਨ ਲਿਆ। ਸੰਤੋ ਸਾਗਰ ਪਹਾੜ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਸ਼ਰੀਰ ਬੁੱਢੇ ਨੇ ਪਰ ਉਹ ਅੱਜ ਵੀ ਨੱਠੇ ਭੱਜੇ ਫਿਰਦੇ ਨੇ, ਕਿਉਂਕਿ ਬਚਨ ਕਿਹਾ ਸੀ। ਕਹਿੰਦੇ ਬੇਟੇ ਤੁਸੀਂ ਨੱਠੇ ਭੱਜੇ ਫਿਰਦੇ, ਸਾਨੂੰ ਚੰਗੇ ਬਹੁਤ ਲੱਗਦੇ, ਇਧਰੋਂ ਚੱਕ ਕੇ ਉਧਰ ਸੇਵਾ ਕਰ ਰਹੇ। ਇਸ ਲਈ ਬਚਨ ਕਮਾਉਣਾ ਬਹੁਤ ਔਖਾ ਹੈ, ਇਹ ਆਮ ਲੋਕਾਂ ਦੇ ਗੱਲ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਬਚਨ ਕਹੇ ਭਾਈ ਸਾਧੂ ਕਦੇ ਪਲਾਨ ਬਣਾ ਕੇ ਨਹੀਂ ਚੱਲਣਾ, ਉਹਨੂੰ ਪਤਾ ਹੈ ਉਹਦੇ ਅੰਦਰ ਨਾਮ ਦ੍ਰਿੜ ਹੋ ਗਿਆ, ਹੁਣ ਉਹਦੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਕਿਉਂਕਿ ਉਹਨੇ ਮਨ ਵਿੱਚ ਮੰਤਰ ਦ੍ਰਿੜ ਕਰ ਲਿਆ। ਔਰ ਇੱਕ ਗਾਥਾ ਮੈਂ ਤੁਹਾਡੇ ਸਮਕਸ਼ ਰੱਖਾਂ, ਉਸ ਰਾਜੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹਦੇ ਬਾਰੇ ਭੱਟ ਸਾਹਿਬਾਨਾਂ ਨੇ ਕਿਹਾ, ਅਕਥ ਕਥਾ ਅਮਰਾਪੁਰੀ, ਜਿਸ ਦੇਹ ਸੋ ਪਾਵੇ, ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਉਹ ਜਨਕ ਰਾਜ ਜਿਹਦੇ ਜਨਕ ਦੇ ਰਾਜ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਲੇਖ ਹੈ, ਅਕਥ ਕਥਾ ਅਮਰਾਪੁਰੀ, ਜਿਸ ਦੇਹ ਸੋ ਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਉਹ ਜਨਕ ਪਤਾ ਕਿਵੇਂ ਇੰਨਾ ਵੱਡਾ ਬਣਿਆ? ਉਹਨੇ ਗੁਰੂ ਕੇ ਨੂੰ ਧਾਰਨ ਕੀਤਾ, ਸੈਂਕੜੇ ਬੰਦੇ ਸੱਦ ਲਏ ਵੀ ਮੈਨੂੰ ਕੋਈ ਮਨ ਦਾ ਗਿਆਨ ਕਰਾਓ, ਮੈਨੂੰ ਕੋਈ ਰੱਬ ਦਾ ਗਿਆਨ ਕਰਾਓ, ਉਹ ਵੀ ਗਿਆਨ ਇੱਕ ਪਲ ਵਿੱਚ ਹੋਣਾ ਚਾਹੀਦਾ। ਸਾਧ ਸੰਗਤ ਕੋਈ ਉਹਨੂੰ ਮੰਤਰ ਪੜਾਉਂਦਾ, ਕੋਈ ਦੀਕਸ਼ਾ ਦਿੰਦਾ, ਕੋਈ ਸਿੱਖਿਆ ਦਿੰਦਾ। ਵਕਤ ਹੋਇਆ ਤੇ ਅਸ਼ਟਾਵਕਰ ਪਹੁੰਚ ਗਿਆ,
ਪਹਿਲਾਂ ਤਾਂ ਦੂਜੇ ਗੁਰੂ ਉਹਦੇ ਉੱਤੇ ਹਾਸੀ ਪਏ, ਇਹਨੇ ਕੀ ਗਿਆਨ ਦੇਣਾ, ਇਹਦੇ ਸਰੀਰ ਨੂੰ ਤਾਂ 8 ਬਲ ਪੈਂਦੇ ਨੇ ਤੁਰਨ ਲੱਗਿਆ, ਇਹਨੇ ਰੱਬ ਦਾ ਕੀ ਗਿਆਨ ਦੇਣਾ। ਕੋਈ ਕਈ ਮਹੀਨਿਆਂ ਤੋਂ ਉਹਦੇ ਮੰਤਰ ਪੜ੍ਹਾ ਰਿਹਾ ਹੈ, ਕੋਈ ਉਹਨੂੰ ਜੱਗ ਕਰਵਾ ਰਿਹਾ ਹੈ, ਕੋਈ ਹੋਰ ਪੂਜਾ ਪਾਠ ਕਰਾ ਰਿਹਾ, ਰੱਬ ਦਾ ਗਿਆਨ ਕਰਾਉਣਾ। ਅਸ਼ਟਾਵਕਰ ਨੇ ਕਿਹਾ ਨਾ ਮੈਂ ਕੋਈ ਜੱਗ ਕਰਾਉਣਾ, ਨਾ ਮੈਂ ਕੋਈ ਮੰਤਰ ਪੜ੍ਹਾਉਣਾ, ਨਾ ਮੈਂ ਜਨਕ ਤੇਰੇ ਕੋਲੋਂ ਕੋਈ ਪੂਜਾ ਪਾਠ ਕਰਾਉਣਾ, ਤੈਨੂੰ ਰੱਬ ਦਾ ਗਿਆਨ ਕਰਾ ਦਾਂਗਾ। ਜਦੋਂ ਸਾਰਿਆਂ ਨੇ ਆਪੋ ਆਪਣਾ ਗਿਆਨ ਦੇ ਦਿੱਤਾ, ਹੁਣ ਵਾਰੀ ਅਸ਼ਟਾਵਕਰ ਦੀ ਆਈ ਤੇ ਉਹ ਪਤਾ ਕੀ ਕਹਿੰਦਾ, ਕਹਿੰਦਾ ਜਦੋਂ ਕਿਸੇ ਕੋਲੋਂ ਗਿਆਨ ਲਈਦਾ ਭੇਟਾ ਦੇਈਦੀ ਹੈ, ਤੂੰ ਸਾਰਿਆਂ ਨੂੰ ਭੇਟਾ ਦਿੱਤੀ ਹੈ, ਮੈਨੂੰ ਕੀ ਭੇਟਾ ਦੇਂਗਾ। ਰਾਜੇ ਜਨਕ ਨੇ ਕਿਹਾ ਮੈਂ ਰਾਜਾ ਆ, ਜੋ ਤੁਸੀਂ ਮੰਗ ਲਓ ਦੇ ਦੇਣਾ। ਕਹਿੰਦੇ ਕੀ ਦੇ ਸਕਦਾ, ਕਹਿੰਦਾ ਜੀ ਜਿੰਨਾ ਧਨ ਮੰਗੋ ਮੈਂ ਤੁਹਾਨੂੰ ਧਨ ਦੇ ਸਕਦਾ। ਅਸ਼ਟਾਵਕਰ ਕਹਿੰਦਾ ਧਨ ਮੇਰਾ ਕਿਸ ਕੰਮ ਦਾ, ਮੈਂ ਕੁੱਲੀ ਵਿੱਚ ਸ਼ੁਰੂ ਤੋਂ ਰਹਿਣਾ, ਕੁੱਲੀ ਵਿੱਚ ਹੀ ਰਹਿਣਾ, ਮੈਂ ਤੁਹਾਨੂੰ ਕੀ ਕਰਨਾ। 2 ਵਕਤ ਦਾ ਰੁੱਖਾ ਸੁੱਖਾ 2 ਪ੍ਰਸ਼ਾਦੇ ਮੈਂ ਛਕਣਾ, ਮੈਂ ਤੁਹਾਨੂੰ ਕੀ ਕਰਾਂਗਾ। ਕਹਿੰਦੇ ਜੀ ਫਿਰ ਦੱਸੋ, ਕਹਿੰਦੇ 3 ਚੀਜ਼ਾਂ ਨੇ ਤੇਰੇ ਕੋਲ, ਇੱਕ ਧਨ ਹੈ, ਇੱਕ ਤਨ ਹੈ, ਇੱਕ ਤੇਰਾ ਮਨ ਹੈ। ਤਨ ਕਰਕੇ ਤੂੰ ਰਾਜਾ ਹੈ, ਧਨ ਕਰਕੇ ਤੇਰੇ ਕੋਲ ਰਾਜ ਭਾਗ ਸੰਪਦਾ ਹੈ, ਨਾ ਮੈਨੂੰ ਰਾਜ ਚਾਹੀਦਾ, ਨਾ ਤੇਰਾ ਧਨ ਚਾਹੀਦਾ, ਨਾ ਤਨ ਚਾਹੀਦਾ। ਕਹਿੰਦੇ ਹੋਰ ਕੋਈ ਭੇਟਾ ਦੱਸ ਕੀ ਦੇ ਸਕਦਾ, ਕਹਿੰਦੇ ਜੀ ਮਨ ਹੀ ਹੈ। ਕਹਿੰਦੇ ਮਨ ਦੇ ਦੇ ਫਿਰ। ਉਹਨੂੰ ਕਹਾ ਚਲੋ ਮਨ ਦੀ ਕਿਹੜੀ ਗੱਲ ਹੈ, ਤਨ ਕਰਕੇ ਮੈਂ ਰਾਜਾ ਰਹਿਣਾ, ਧਨ ਕਰਕੇ ਅਮੀਰ ਰਹਿਣਾ। ਕਹਿੰਦੇ ਚਲੋ ਜੀ ਤੁਹਾਨੂੰ ਮਨ ਦਿੱਤਾ। ਉਹ ਕਹਿੰਦਾ ਬਸ ਹੁਣ ਮੈਂ ਤੈਨੂੰ ਗਿਆਨ ਕਰਾ ਸਕਦਾ, ਕਿਉਂਕਿ ਰੱਬ ਦਾ ਗਿਆਨ ਮਨ ਕਰਕੇ ਹੋਣਾ। ਜਿੰਨੀ ਦੇਰ ਮਨ ਵਿੱਚ ਮੰਤਰ ਦ੍ਰਿੜ ਨਾ ਹੋਵੇ ਉਨੀ ਦੇਰ ਗਿਆਨ ਨਹੀਂ ਹੋਏਗਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਹਿ ਸ਼ਬਦ ਮੰਤਰ ਮਨ ਮਾਨ। ਮੈਨੂੰ ਗੁਰੂ ਦੇ ਮੰਤਰ ਲਈ, ਗੁਰੂ ਦੇ ਰੱਬ ਦੇ ਗਿਆਨ ਲਈ ਮਨ ਚਾਹੀਦਾ। ਕਹਿੰਦੇ ਮਨ ਮੈਂ ਦਿੱਤਾ। ਅਸ਼ਟਾਵਕਰ ਉਹਦੇ ਨਾਲ ਕਹਿੰਦਾ ਜੀ ਗਿਆਨ ਕਦੋਂ ਕਰਾਓਗੇ, ਕਹਿੰਦਾ ਕੋਈ ਨਹੀਂ ਕਰਵਾ ਦੇਣਾ। ਉਹਨੇ ਕਿਹਾ ਜੀ ਇੰਨੇ ਕੁ ਪਲ ਚ ਕਰਾਇਓ ਵੀ 1 ਪਲ ਵਿੱਚ ਰੱਬ ਦਾ ਗਿਆਨ ਹੋ ਜਾਏ। ਕਹਿਣਗੇ ਕਰਾ ਦਾਂਗੇ। ਅਸ਼ਟਾਵਕਰ ਨਾਲ ਰਾਤ ਲੰਘ ਗਈ, ਸਵੇਰੇ ਦਿਨ ਚੜਿਆ। ਜਦੋਂ ਜਨਕ ਰਾਜਾ ਤਿਆਰ ਹੋ ਕੇ ਮਹਿਲੋਂ ਬਾਹਰ ਨਿਕਲਿਆ, ਉਹ ਘੋੜੇ ਤੇ ਸਵਾਰ ਹੋਣ ਲੱਗੇ, ਰਕਾਬ ਵਿੱਚ ਪੈਰ ਧਰਿਆ। ਅਸ਼ਟਾਵਕਰ ਕਹਿੰਦਾ ਬਾਦਸ਼ਾਹ ਜਨਕ ਰਾਜੇ ਰੁਕ ਜਾ। ਰੁਕ ਗਿਆ। ਕਹਿਣਗਾ ਤੂੰ ਘੋੜੇ ਤੇ ਨਹੀਂ ਚੜ ਸਕਦਾ। ਕਹਿੰਦਾ ਜੀ ਕਿਉਂ। ਕਹਿੰਦੇ ਤੂੰ ਘੋੜੇ ਤੇ ਕਿਉਂ ਸਵਾਰ ਹੋਣ ਲੱਗਾ। ਕਹਿੰਦਾ ਮੇਰਾ ਮਨ ਕਰਦਾ ਘੋੜੇ ਤੇ ਸਵਾਰ ਹੋ ਕੇ ਇੱਕ ਵਾਰ ਰਾਜ ਵਿੱਚ ਗੇੜਾ ਦੇਵਾਂ। ਕਹਿੰਦਾ ਮਨ ਤਾਂ ਤੇਰਾ ਹੈ ਹੀ ਨਹੀਂ, ਮਨ ਤੂੰ ਮੈਨੂੰ ਦਿੱਤਾ ਹੋਇਆ। ਤੇਰਾ ਮਨ ਕਰਦਾ ਮੈਂ ਕੀ ਕਰਾਂ, ਮਨ ਮੈਨੂੰ ਵੇਚਿਆ ਹੋਇਆ। ਮਨ ਮੇਰਾ ਕਰੇਗਾ, ਮੇਰੇ ਕਹਿਣੇ 'ਚ ਮੇਰੀ ਆਗਿਆ ਚੱਲੇਗਾ। ਤੇਰਾ ਮਨ ਘੋੜੇ ਤੇ ਸਵਾਰ ਹੋਣ ਨੂੰ ਕਰਦਾ, ਮੇਰਾ ਮਨ ਨਹੀਂ ਹੈ। ਮਨ ਮੇਰਾ ਮੇਰੀ ਆਗਿਆ 'ਚ ਰਹੇਗਾ, ਨਹੀਂ ਜਾਏਗਾ। ਉਹ ਘੋੜੇ ਤੋਂ ਉਤਰ ਗਿਆ। ਉਹਨੇ ਉੱਤਰ ਕੇ ਹੱਥ ਜੋੜ ਕੇ ਕਿਹਾ ਐਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ। ਫਿਰ ਮੈਂ ਭੋਜਨ ਛਕਣ ਲੱਗਾਂਗਾ, ਤੁਸੀਂ ਕਹੋਗੇ ਮਨ ਨਹੀਂ ਹੈ। ਮੇਰਾ ਮਨ ਕਰੇਗਾ ਇਸ਼ਨਾਨ ਕਰਨ ਲਈ, ਤੁਰਨ ਫਿਰਨ ਲਈ, ਤੁਸੀਂ ਕਹੋਗੇ ਨਹੀਂ ਜਾਣਾ। ਮੇਰਾ ਮਨ ਫਲਾਨੀ ਜਗ੍ਹਾ ਤੇ ਜਾਣ ਨੂੰ ਕਰੇਗਾ। ਫਿਰ ਤਾਂ ਤਨ ਵੀ ਗੁਲਾਮ ਹੋ ਗਿਆ, ਫਿਰ ਤਾਂ ਧਨ ਵੀ ਕਿਸੇ ਕੰਮ ਦਾ ਨਹੀਂ। ਕਹਿਣਗੇ ਬਸ ਇਹੀਓ ਰੱਬ ਦਾ ਗਿਆਨ ਹੈ। ਜਿੱਦਣ ਮਨ ਗੁਰੂ ਨੂੰ ਵੇਚ ਦਈਏ ਉਦਣ ਕਰਮ ਸਹੀ ਹੋ ਜਾਂਦੇ ਨੇ। ਜਦੋਂ ਮਨ ਗੁਰੂ ਨੂੰ ਵੇਚ ਦਈਏ ਉਦੋਂ ਤਨ ਤੇ ਧਨ ਸਭ ਕੁਝ ਗੁਰੂ ਦਾ ਹੋ ਜਾਂਦਾ। ਤਨ ਤੇ ਧਨ ਉਦੋਂ ਤੇਰਾ ਜਦੋਂ ਮਨ ਤੇਰਾ। ਜੇ ਮਨ ਤੂੰ ਗੁਰੂ ਨੂੰ ਵੇਚ ਦਿੱਤਾ, ਤਨ ਵੀ ਤੇਰਾ ਨਹੀਂ ਤੇ ਧਨ ਵੀ ਤੇਰਾ ਨਹੀਂ। ਏਦਾਂ ਸਾਧੂ ਜਪਣ ਵਾਲੇ ਰੱਬ ਨੂੰ ਮਨ ਵੇਚ ਦਿੰਦੇ ਨੇ। ਨਾ ਉਹਨਾਂ ਨੂੰ ਧਨ ਦਾ ਮਾਣ ਹੁੰਦਾ, ਨਾ ਆਪਣੇ ਤਨ ਦਾ ਮਾਣ ਹੁੰਦਾ। ਇੱਥੇ ਦੋਏ ਮਾਣ ਆਪਾਂ ਚੁੱਕੀ ਫਿਰਦੇ ਆ। ਮੇਰੇ ਕੋਲ ਜ਼ਮੀਨ, ਮੇਰੇ ਕੋਲ ਪੈਸਾ, ਮੈਂ ਇੰਨਾ ਤਕੜਾ, ਮੈਂ ਇੰਨਾ ਸੋਹਣਾ, ਮੇਰੇ ਕੋਲ ਆ ਬਲ। ਜਦੋਂ ਮਨ ਗੁਰੂ ਨੂੰ ਦੇ ਦਿੱਤਾ, ਦੋਏ ਚੀਜ਼ਾਂ ਦਾ ਹੰਕਾਰ ਖਤਮ। ਇਹਨੂੰ ਮਹਾਰਾਜ ਬਚਨ ਸੁਖਮਨੀ ਸਾਹਿਬ ਅੰਦਰ ਕਹਿੰਦੇ, ਗੁਰ ਕੇ ਗ੍ਰਹਿ ਸੇਵਕ ਜੋਰ ਹੈ। ਪੜੋ ਗੁਰ ਕੇ ਗ੍ਰਹਿ ਸੇਵਕ ਜੋ, ਗੱਜ ਕੇ ਪੜੋ ਗੁਰ ਕੇ ਗ੍ਰਹਿ ਸੇਵਕ ਜੋਰ। गुर की आज्ञा मन में सह, आपस कौ कर कछ न जनावे। हर हर नाम हृदय सद ध्यावे। अगली गल, मन बेचै सतगुर कै पास, तिस सेवक कह कारज।
पढ़ो मन विच सतगुर कै पास, तिस सेवक कह कारज रास। जदों मन विच दिता, ऐसा ज्ञान राजे जनक नूं होया, ਉਹ ਦੁਨੀਆ ਵਿੱਚ ਫਿਰ ਸਭ ਤੋਂ ਵੱਡਾ ਭਗਤ ਖਵਾਇਆ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਸ ਦਿਨ ਤੋਂ ਬਾਅਦ ਉਹ ਮਨ ਦੀ ਗਿਰਫਤ ਤੋਂ ਬਾਹਰ ਚਲਾ ਗਿਆ, ਉਹਦੇ ਕਰਮ ਤੇ ਭਾਗ ਬਿਲਕੁਲ ਸ਼ੁੱਧ ਹੋ ਗਏ। ਉਹੀ ਉਹ ਰਾਜਾ ਜਨਕ ਜਿੱਦਣ ਰਾਜ ਭੋਗ ਕੇ ਰੱਬ ਦੀ ਦਰਗਾਹ 'ਚ ਦੁਨੀਆ ਛੱਡ ਕੇ ਜਾਂਦਾ, ਉਦਣ ਨਰਕਾਂ ਦੇ ਕੁੰਡ ਖਾਲੀ ਕਰ ਦਿੰਦਾ। ਇੰਨੀ ਭਗਤੀ ਉਹਦੀ ਇਕੱਠੀ ਹੋ ਗਈ। ਇਸ ਲਈ ਸਾਧ ਸੰਗਤ ਮਨ ਕਰਕੇ, ਮੰਤਰ ਦ੍ਰਿੜ ਸਾਧੂ ਕਰਦਾ। ਆਪਾਂ ਸੰਗਤ ਵਿੱਚ ਤਾਂ ਬੈਠੀ ਦੇ ਕਿਤੇ ਮਨ ਕਰਕੇ ਸਾਡਾ ਮਨ ਵੀ ਅੰਦਰੋਂ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਮਨ ਦ੍ਰਿੜ ਹੋਣ ਲੱਗ ਜਾਏ, ਪੁੱਠੇ ਭਾਗ ਵੀ ਸੰਗਤ ਵਿੱਚ ਆ ਕੇ ਸਿੱਧੇ ਹੋ ਜਾਂਦੇ ਨੇ। ਜਿਹਦੀ ਭਾਗ ਲੜੀ ਕਮਜ਼ੋਰ ਹੈ, ਉਹਦੇ ਭਾਗ ਵੱਡੇ ਹੋ ਜਾਂਦੇ ਨੇ। ਜਿਹਦੇ ਕਰਮ ਮਾੜੇ ਨੇ, ਉਹਦੇ ਕਰਮ ਤਬਦੀਲ ਹੋ ਜਾਂਦੇ ਨੇ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਕਾਜੀ ਆਉਂਦਾ ਸੀ, ਬੜਾ ਗਿਆਨਵਾਨ ਸੀ, ਸ਼ਰਧਾ ਵੀ ਬੜੀ ਸੀ। ਉਹਨੂੰ ਕਾਜੀ ਅਲਾਉਦੀਨ ਕਹਿੰਦੇ ਸੀ। ਉਹਨੂੰ ਰੋਜ਼ ਗੁਰੂ ਦਰਬਾਰ ਵਿੱਚ ਬਹਿਣਾ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੰਬੀਆਂ ਵਿਚਾਰਾਂ ਕਰਨੀਆਂ, ਕਈਆਂ ਸਵਾਲਾਂ ਉੱਤੇ ਤਰਕ ਵੀ ਕਰਨਾ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਉਹ ਚੰਗੀ ਵਿਚਾਰ ਕਰਨ ਵਾਲਾ ਚੰਗਾ ਲੱਗਣ ਲੱਗ ਪਿਆ। ਪਾਤਸ਼ਾਹ ਨੇ ਰੋਜ਼ ਉਹਨੂੰ ਪਿਆਰ ਕਰਨਾ, ਪੁੱਛਣਾ। ਜਿੱਦਣ ਕਿਤੇ ਨਾ ਆਉਣਾ ਉਦਣ ਕਹਿਣਾ ਵੀ ਅੱਜ ਕਾਜੀ ਸਾਹਿਬ ਨਹੀਂ ਆਏ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਉਹ ਬੈਠਾ। ਜਦੋਂ ਦੀਵਾਨ ਸਮਾਪਤ ਹੋਏ, ਸਿੱਖ ਵਿਚਾਰ ਚਰਚਾ ਵਾਲੇ ਕੋਲ ਬਹਿ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਕਾਜੀ ਜੀ ਫਿਰ ਅੱਜ ਕੀ ਤਰਕ ਲੈ ਕੇ ਆਏ ਹੋ? ਕਈਆਂ ਦਾ ਤਰਕ ਚੰਗਾ ਹੁੰਦਾ ਹੈ। ਸਾਧ ਸੰਗਤ, ਦੁਨੀਆ ਵਿੱਚ ਕਿਸੇ ਗੱਲ ਉੱਤੇ ਨੁਕਤਾ ਚੀਨੀ ਕਰਨੀ ਚੰਗੀ ਗੱਲ ਹੈ, ਕਿਸੇ ਨੁਕਤੇ ਉੱਤੇ ਵਿਚਾਰ ਕਰਨੀ ਚੰਗੀ ਗੱਲ ਹੈ, ਪਰ ਉਹ ਤਰਕ ਤੁਹਾਡਾ ਦਿਮਾਗੀ ਨਹੀਂ ਹੋਣਾ ਚਾਹੀਦਾ, ਦਿਲ ਨਾਲ ਜੁੜਿਆ ਹੋਣਾ ਚਾਹੀਦਾ। ਜਿਨ੍ਹਾਂ ਦੇ ਤਰਕ ਦਿਮਾਗ ਤੋਂ ਉਪਜਦੇ ਨੇ, ਉਹ ਸਾਰੀ ਉਮਰ ਸਿਰਦਰਦੀ ਦਾ ਕਾਰਨ ਰਹਿੰਦੇ ਨੇ। ਸਾਧ ਸੰਗਤ, ਦਿਮਾਗ ਦੇ ਤਰਕ ਹੋਰ ਨੇ, ਦਿਲ ਵਾਲੇ ਤਰਕ ਹੋਰ ਨੇ। ਉਹ ਪਤਾ ਕਿਵੇਂ? ਦਿਮਾਗੀ ਤਰਕ ਜਿਹੜਾ ਹੈ ਉਹ ਘਰ ਦੇ ਡਰਾਇੰਗ ਰੂਮ ਵਿੱਚ ਬੈਠਾ ਹੀ ਤਰਕ ਬੰਦਾ ਕਰੀ ਜਾਂਦਾ ਹੈ। ਉਹ ਜਗ੍ਹਾ ਉੱਤੇ ਜਾ ਕੇ ਅੰਦਰੋਂ ਦਿਲ ਕਰਕੇ ਜੁੜਿਆ ਨਹੀਂ, ਉਹਨੂੰ ਉਹ ਭਾਵ ਨਹੀਂ ਪਤਾ ਲੱਗਦੇ। ਮੈਨੂੰ ਇੱਕ ਸੱਜਣ, ਉਹ ਬੜੇ ਵਿਦਵਾਨ ਨੇ, ਚਲੋ ਹਰੇਕ ਦੀ ਵਿਦਵਤਾ ਨੂੰ ਨਮਸਕਾਰ ਹੈ। ਉਹ ਬੰਦੇ ਬਾਹਰ ਕੈਨੇਡਾ ਮਿਲੇ ਤੇ ਮੈਨੂੰ ਕਹੇ, ਭਾਈ ਸਾਹਿਬ ਜੀ ਤੁਸੀਂ ਆਪਣਾ ਨਾਮ ਬਦਲ ਲਓ। ਮੈਂ ਕਿਉਂ? ਕਹੇ ਤੁਸੀਂ ਗਿਆਨੀਆਂ ਵਾਲੀ ਕਥਾ ਹੀ ਨਹੀਂ ਕਰਦੇ। ਮੈਂ ਵੀ ਗਿਆਨੀਆਂ ਵਾਲੀ ਕਥਾ ਕਹੀ ਜਿਹੀ ਹੁੰਦੀ ਹੈ? ਕਹਿੰਦੇ ਤੁਹਾਡੀ ਤਾਂ ਕਥਾ ਐ ਆ ਵੀ ਕਿਸੇ ਸੰਤ ਮਹਾਂਪੁਰਸ਼ਾਂ ਦਾ ਨਾਮ ਮਗਰ ਲਾ ਲਓ। ਕਹਿੰਦੇ ਤੁਸੀਂ ਕਿਸੇ ਡੇਰੇ ਦਾ ਨਾਮ ਲਾ ਲਓ। ਉਹਨਾਂ ਬੜਾ ਤਰਕ, ਉਮਰ 'ਚ ਵੱਡੇ ਸੀ, ਵਿਦਵਾਨ ਨੇ। ਉਹਨਾਂ ਦੀਆਂ ਗੱਲਾਂ ਜਿਹੜੀਆਂ ਸਨ ਉਹਦਾ ਮੈਨੂੰ ਗੁੱਸਾ ਨਹੀਂ ਲੱਗਾ। ਉਹ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਆਪਣਾ ਨਾਮ ਬਦਲ ਲਓ। ਮੈਂ ਉਹਨੂੰ ਕਿਹਾ ਕਿਉਂ ਜੀ? ਕਹਿੰਦੇ ਅਸੀਂ ਐਤਵਾਰ ਦੀਵਾਨ 'ਚ ਆਏ ਸੀ, ਤੁਸੀਂ ਕੀ ਕਥਾ ਸੁਣਾਈ ਜਾਂਦੇ ਹੋ? ਮੈਨੂੰ ਕਿਹਾ ਦੱਸੋ, ਜੇ ਗਲਤੀ ਹੋਏਗੀ ਮੈਂ ਜ਼ਰੂਰ ਸੁਧਾਰਾਂਗਾ, ਮੇਰੇ ਵੱਡੇ ਭਾਗ ਨੇ, ਤੁਸੀਂ ਮੈਨੂੰ ਦੱਸ ਰਹੇ ਹੋ। ਉਹ ਕਹਿੰਦੇ ਜੀ ਤੁਸੀਂ ਸ਼ਿਕਾਰ ਘਾਟ ਦੀ ਕਥਾ ਸੁਣਾਈ ਜਾਂਦੇ ਹੋ। ਤੁਸੀਂ ਸ਼ਿਕਾਰ ਘਾਟ ਦੀ ਕਥਾ ਸੁਣਾਈ ਜਾਂਦੇ ਹੋ ਕਿ ਜੀ 10ਵੇਂ ਪਾਤਸ਼ਾਹ ਨੇ ਸਹਿ ਦੀ ਜੂਨ ਵਿੱਚ ਦੁਨੀ ਚੰਦ ਦਾ ਉਧਾਰ ਕੀਤਾ, ਮੂਲੇ ਖੱਤਰੀ ਦਾ ਉਧਾਰ ਕੀਤਾ ਸਹਿ ਦੀ ਜੂਨ ਵਿੱਚ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਧਾਰ ਨਹੀਂ ਕੀਤਾ ਮੂਲੇ ਦਾ, ਮਰਨ ਨਾ ਜਾਪੇ ਮੂਲਿਆਂ ਭਾਵੇਂ ਕਿਤੇ ਥਾਏ। ਕਹਿੰਦੇ ਜੇ ਉਹਦਾ ਉਧਾਰ ਨਹੀਂ ਕੀਤਾ, 10ਵੇਂ ਜਾਮੇ ਵਿੱਚ ਜਾ ਕੇ ਕੀਤਾ, ਕੀ ਗੁਰੂ ਨਾਨਕ ਸਾਹਿਬ ਮਹਾਰਾਜ ਸਮਰੱਥ ਨਹੀਂ ਸੀ ਉਦੋਂ ਹੀ ਕਰ ਦਿੰਦੇ ਉਧਾਰ? ਕਹਿੰਦੇ ਤੁਸੀਂ ਉਹ ਪ੍ਰਚਾਰ ਕਰੀ ਜਾਂਦੇ ਉਹਦਾ। ਤਾਂ ਇਹ ਦਿਮਾਗੀ ਤਰਕ ਉਹਨਾਂ ਦਾ ਕਿਸੇ ਦਾ ਘਰ ਵਿੱਚ ਬੈਠਿਆਂ ਹੋ ਸਕਦਾ। ਮੈਂ ਉਹਨਾਂ ਦੀ ਗੱਲ ਸੁਣ ਕੇ ਬੜੇ ਅਦਬ ਨਾਲ, ਸਤਿਕਾਰ ਨਾਲ ਉਹਨਾਂ ਨੂੰ ਬੇਨਤੀ ਕੀਤੀ। ਮੈਂ ਕਿਹਾ ਵੀ ਤੁਸੀਂ ਕੀ ਚਾਹੁੰਦੇ ਹੋ? ਵੀ ਇਤਿਹਾਸ ਖਤਮ ਹੋਣਾ ਚਾਹੀਦਾ? ਚਲੋ ਮੇਰੇ ਨਾਲ ਆਪਾਂ ਚੱਲਦੇ ਹਾਂ। ਪਹਿਲਾਂ ਜਿਹੜਾ ਹਜ਼ੂਰ ਸਾਹਿਬ ਬੋਰਡ ਲੱਗਾ ਹੋਇਆ ਵੀ ਗੁਰਦੁਆਰਾ ਸ਼ਿਕਾਰ ਘਾਟ ਪਾਤਸ਼ਾਹੀ 10ਵੀਂ, ਪਹਿਲਾਂ ਉਹ ਬੋਰਡ ਲਾਉਣਾ ਚਾਹੀਦਾ, ਕਿਉਂਕਿ ਇਤਿਹਾਸ ਗਲਤ ਹੋ ਗਿਆ ਤੁਹਾਡੇ ਹਿਸਾਬ ਨਾਲ। ਕਹਿੰਦੇ ਨਹੀਂ ਜੀ ਗੱਲ ਇਹ ਨਹੀਂ ਵੀ ਤੁਸੀਂ ਇਹ ਕਿਉਂ ਸੁਣਾਉਂਦੇ ਹੋ, ਤੁਹਾਨੂੰ ਕਹਿੰਦੇ ਇਹ ਹੋਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਗੁਰੂ ਸੀ, ਉਹੀ ਸਮਰੱਥ ਸੀ।
ਉਹ ਉਦੋਂ ਹੀ ਮੁਕਤ ਕਰ ਦਿੰਦੇ, 10ਵੇਂ ਪਾਤਸ਼ਾਹ ਨੇ ਕਿਉਂ? ਮਾਫ ਕਰਿਓ, ਇਹ ਸਾਡੇ ਦਿਮਾਗੀ ਤਰਕ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਆਖਿਆ ਇਕੱਲੇ ਦਿਮਾਗ ਨਾਲ ਨਹੀਂ ਹੋ ਸਕਦੀ ਕਿ ਮੈਨੂੰ ਬਹੁਤ ਪਤਾ ਹੈ ਜੀ, ਮੈਂ ਤੇ ਬਾਹਰੀ ਤੌਰ ਤੇ ਅੱਖਰੀ ਅਰਥ, ਇੱਕ ਅੱਖਰ ਦੇ 10 ਅਰਥ ਲੋਕ ਕਰਦੇ। ਇਹ ਦਿਮਾਗੀ ਅਰਥ ਨਹੀਂ ਹੈ, ਇਹਦੇ ਨਾਲ ਤੁਹਾਡਾ ਦਿਲ ਜੁੜਨਾ ਚਾਹੀਦਾ ਹੈ। ਬਾਣੀ ਕੱਲਾ ਗਿਆਨ, ਅੱਖਰੀ ਗਿਆਨ ਨਹੀਂ ਹੈ। ਬਾਣੀ ਵਾਵਾ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਨੂੰ ਕੱਲਾ ਗਿਆਨ ਨਹੀਂ ਸਮਝਣਾ, ਬਾਣੀ ਤਾਂ ਗੁਰੂ ਹੈ, ਬਾਣੀ ਤਾਂ ਨਿਰੰਕਾਰ ਹੈ। ਬਾਣੀ ਕੋਈ ਕੱਲਾ ਗਿਆਨ ਥੋੜੀ ਹੈ ਵੀ ਕਿਸੇ ਚੀਜ਼ ਦੀ ਨੌਲੇਜ ਦਿੱਤੀ ਹੋਈ ਹੈ, ਨਹੀਂ। ਮੈਂ ਉਹਨਾਂ ਨੂੰ ਅਦਬ ਸਤਿਕਾਰ ਨਾਲ ਬੇਨਤੀ ਕੀਤੀ, ਮੈਂ ਕਿਹਾ ਜੀ ਇਹ ਸਾਖੀਆਂ ਜਿਹੜੀਆਂ ਵਰਤਾਈਆਂ ਜਾਂਦੀਆਂ ਨੇ ਨਾ, ਸਮਝੋ ਬੇਨਤੀ। ਪਹਿਲਾਂ ਬਜ਼ੁਰਗ ਬਾਤਾਂ ਪਾਉਂਦੇ ਹੁੰਦੇ ਸੀ ਰਾਤੀ ਸੌਣ ਲੱਗਿਆ, ਛੋਟੇ ਬੱਚਿਆਂ ਨੇ ਦਾਦੀਆਂ ਕੋਲੋਂ ਸੁਣਨੀਆਂ, ਦਾਦਿਆਂ ਕੋਲੋਂ। ਅੱਛਾ, ਕੋਈ ਵਿਹੜਾ ਹੋਣਾ, 4-5 ਮੰਜੇ ਢਹਿ ਜਾਣੇ, ਇੱਕ ਦੂਜੇ ਨੂੰ ਬਾਤ ਪਾਉਣੀ, ਕੋਈ ਕਹਾਣੀ ਸੁਣਾਉਣੀ। ਉਹ ਬਾਤਾਂ ਤੋਂ ਬਾਅਦ ਉਹ ਸਾਖੀਆਂ ਬਣੀਆਂ, ਔਰ ਸਾਖੀਆਂ ਚੋਂ ਇਤਿਹਾਸ ਬਣਦਾ ਹੈ। ਉਹ ਸਮਝਾਉਣ ਵਾਸਤੇ ਮੈਂ ਫਿਰ ਉਹਨਾਂ ਨੂੰ ਬੇਨਤੀ ਕੀਤੀ, ਜੀ ਮੇਰੇ ਨਾਲੋਂ ਤੁਸੀਂ ਉਮਰ ਵਿੱਚ ਵੀ ਵੱਡੇ ਹੋ, ਵਿਦਵਤਾ ਵਿੱਚ ਵੱਡੇ ਹੋ, ਉੱਚੇ ਅਹੁਦਿਆਂ ਤੇ ਰਹੇ ਹੋ, ਮੈਂ ਤੁਹਾਡੀ ਇਨਸਲਟ ਨਹੀਂ ਕਰਾਂਗਾ, ਪਰ ਮੈਂ ਹੱਥ ਜੋੜ ਕੇ ਇਹ ਬੇਨਤੀ ਕਰਾਂਗਾ, ਤੁਹਾਨੂੰ ਪਤਾ ਹੈ ਸਾਖੀ ਕਿਉਂ ਵਰਤਾਈ ਜਾਂਦੀ ਹੈ? ਤੁਹਾਨੂੰ ਪਤਾ ਹੈ ਗੁਰੂ ਇਤਿਹਾਸ ਸਾਖੀ ਕਿਉਂ ਵਰਤਾਈ ਜਾਂਦੀ ਹੈ? ਕਹਿੰਦੇ ਨਹੀਂ ਜੀ, ਜੋ ਹੁੰਦਾ ਬਸ ਉਹ ਲਿਖਦੇ। ਮੈਂ ਕਿਹਾ ਨਹੀਂ, ਇਸ ਲਈ ਨਹੀਂ ਹੁੰਦਾ। ਗੁਰੂ ਨੇ ਸਦੀਆਂ ਤੱਕ ਉਹਦਾ ਗਿਆਨ ਜੀਵਤ ਰੱਖਣਾ ਹੈ। ਗੁਰੂ ਦੇ ਅੱਖਰ ਦਾ ਗਿਆਨ ਸਦੀਆਂ ਤੱਕ ਦੁਨੀਆ ਵਿੱਚ ਜੀਵਤ ਰਵੇ, ਇਸ ਲਈ ਗੁਰੂ ਉਹਦੇ ਅਕੋਰਡਿੰਗ ਸੰਸਾਰ ਵਿੱਚ ਸਾਖੀ ਵਰਤਾਉਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਚਾਹੁੰਦੇ, ਪਾਤਸ਼ਾਹ ਤਾਂ ਆਪ ਰੱਬ, ਆਪ ਨਾਰਾਇਣ ਸੀ, ਆਪ ਪ੍ਰਤੱਖ ਪਾਰ ਬ੍ਰਹਮ ਸੀ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਭਾਰ ਬ੍ਰਹਮ। ਜੇ ਗੁਰੂ ਨਾਨਕ ਸਾਹਿਬ ਚਾਹੁੰਦੇ ਤਾਂ ਮੂਲੇ ਦਾ ਉਦਾਹਰ ਕਰ ਸਕਦੇ ਸੀ। ਗੁਰੂ ਨਾਨਕ ਸਾਹਿਬ ਚਾਹੁੰਦੇ ਨੇ, ਸੱਜਣ ਠੱਗ ਸੰਤ ਹੋ ਜਾਂਦਾ ਹੈ, ਵਲੀ ਕੰਧਾਰੀ ਦਾ ਉਦਾਹਰ ਹੁੰਦਾ, ਕੌਡੇ ਰਖਸ਼ਿਸ਼ ਦਾ ਹੁੰਦਾ, ਨੂਰ ਸ਼ਾਹ ਜਾਦੂ ਗਰਨੀ ਦਾ ਉਦਾਹਰ ਹੁੰਦਾ। ਮੂਲੇ ਖੱਤਰੀ ਦਾ ਹੋ ਸਕਦਾ ਸੀ, ਉਹ ਮਹਾਰਾਜ ਦੇ ਨਾਲ ਰਹਿੰਦਾ, ਪਰ ਪਤਾ ਕਿਉਂ ਨਹੀਂ ਕੀਤਾ? ਸਾਨੂੰ ਸਮਝਾਉਣਾ ਸੀ। ਉਹ ਸਿੱਖੋ, ਸਤਿਗੁਰੂ ਵੀ ਉਦੋਂ ਤੁਹਾਡਾ ਉਦਾਹਰ ਨਹੀਂ ਕਰ ਸਕਦਾ ਜੇ ਸਿੱਖ ਵਿੱਚ ਕਮੀ ਰਹਿ ਜਾਏ। ਗੁਰੂ ਨੇ ਸਮਝਾਉਣਾ ਸੀ, ਸਿੱਖਾ ਕਿਤੇ ਇਸ ਗੱਲ ਦਾ ਮਾਣ ਨਾ ਕਰੀ, ਮੈਂ ਇੰਨੀ ਬਾਣੀ ਪੜ੍ਹ ਲੈਂਦਾ, ਮੈਨੂੰ ਇੰਨਾ ਪਾਠ ਆਉਂਦਾ, ਮੈਂ ਇੰਨੀ ਕਥਾ ਕਰ ਲੈਂਦਾ, ਮੈਨੂੰ ਆਹ ਕੁਝ ਆਉਂਦਾ। ਇਸ ਗੱਲ ਦੇ ਯਾਦ ਧਿਆਨ ਵਿੱਚ ਰੱਖੀ, ਸੁਰਤ ਵਿੱਚ। ਗੁਰੂ ਨਾਨਕ ਸਾਹਿਬ ਦੇ ਨਾਲ ਵਿਚਰਨ ਵਾਲਾ ਮੂਲਾ ਖੱਤਰੀ ਵੀ ਇੱਕ ਦਿਨ ਧੋਖਾ ਖਾ ਗਿਆ, ਆਪਣੇ ਮਨ ਦੇ ਹੱਥੋਂ ਹਾਰ ਗਿਆ। ਔਰ ਯਾਦ ਰੱਖੀ, ਜੇ ਸਿੱਖ ਵਿੱਚ ਕਮੀ ਹੋਵੇ, ਗੁਰੂ ਵੀ ਇਹ ਸਮਝਾਉਂਦਾ ਹੈ, ਹੁਣ ਪੂਰਾ ਸਤਿਗੁਰੂ ਕੀ ਕਰੇ ਭਾਈ, ਤੂੰ ਕਮੀ ਰੱਖ ਲੈ ਕੋਲ। ਔਰ ਦੂਜੀ ਗੱਲ, ਮੂਲਾ ਖੱਤਰੀ ਸੱਪ ਦੀ ਜ਼ਹਿਰ ਚੜਨ ਕਰਕੇ ਬੇਹੋਸ਼ ਹੋ ਗਿਆ, ਹੋਸ਼ ਵਿੱਚ ਨਹੀਂ ਸੀ। ਮਰਨ ਤੋਂ ਪਹਿਲਾਂ ਹੋਸ਼ ਵਿੱਚ ਹੁੰਦਾ ਤੇ ਮਾਫੀ ਮੰਗ ਲੈਂਦਾ, ਉਧਾਰ ਉਸੇ ਵਕਤ ਹੋਣਾ ਸੀ। ਔਰ ਤੀਜੀ ਗੱਲ, ਪਾਤਸ਼ਾਹ ਨੇ ਸਾਨੂੰ ਆਉਣ ਵਾਲੇ ਲੋਕਾਂ ਨੂੰ ਸਮਝਾਉਣਾ ਸੀ। ਉਹ ਸਿੱਖੋ, ਯਾਦ ਰੱਖਿਓ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਭਾਈ ਗੁਰੂ ਹੁਣ ਕੀ ਕਰੇ, ਜਦੋਂ ਤੂੰ ਹੀ ਗੁਰੂ ਦਾ ਲੜ ਛੱਡ ਕੇ ਝੂਠ ਗੁਰੂ ਨੂੰ ਬੋਲ ਗਿਆ। ਮੂਲੇ ਖੱਤਰੀ ਨੂੰ ਇਹ ਤਾਂ ਪਤਾ ਸੀ ਨਾ ਕਿ ਬਾਹਰ ਗੁਰੂ ਨਾਨਕ ਸਾਹਿਬ ਬੁਲਾ ਰਹੇ ਨੇ। ਭਾਈ ਮਰਦਾਨਾ ਕਹਿੰਦੇ ਗੁਰੂ ਨਾਨਕ ਸਾਹਿਬ ਆਏ ਨੇ, ਘਰੇ ਹੀ ਹੈ ਮੂਲਾ। ਉਹਨੂੰ ਤਾਂ ਪਤਾ ਸੀ ਨਾ ਕਿ ਬਾਹਰੋਂ ਆਵਾਜ਼ ਗੁਰੂ ਨਾਨਕ ਸਾਹਿਬ ਬੁਲਾ ਰਹੇ ਨੇ। ਜਾਣ ਬੁੱਝ ਕੇ ਗੁਰੂ ਦਾ ਹੁਕਮ ਨਹੀਂ ਸੁਣਿਆ, ਜਾਣ ਬੁੱਝ ਕੇ ਗੁਰੂ ਦੀ ਗੱਲ ਨਹੀਂ ਸੁਣੀ, ਘਰਵਾਲੀ ਦੀ ਗੱਲ ਸੁਣ ਕੇ ਪਿੱਛੇ ਲੁਕ ਗਿਆ ਕਮਰੇ ਵਿੱਚ। ਸਾਨੂੰ ਸਮਝਾਉਣਾ ਸੀ, ਉਹ ਸਿੱਖਾ ਤੈਨੂੰ ਪਤਾ ਵੀ ਹੋਵੇ, ਤੂੰ ਫਿਰ ਵੀ ਗੁਰੂ ਦੀ ਗੱਲ ਨਾ ਮੰਨੇ, ਫਿਰ ਗੁਰੂ ਤੈਨੂੰ ਕਿਵੇਂ ਮੁਕਤ ਕਰੇ? ਤੈਨੂੰ ਪਤਾ ਵੀ ਹੋਵੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ ਹੈ। ਹੱਥ ਵਿੱਚ ਦੀਵਾ ਹੋਵੇ ਤੂੰ ਖੁਜ ਡਿੱਗ ਜਾਏ। ਹੁਣ ਗੁਰੂ ਕੀ ਕਰੇ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੋਕ।
अंधेक ना लगई ज्यों वास बजाइए फूक। ये गल समझाउण लई पातशाह नूं साखी वरताउणी पई। ये गल समझाउण लई 10वें जामे विच मूले नूं मुक्त करना पिया। साखी इसलिए हुंदी है कि सदियां तक वो लोकां नूं समझाई जा सके गल, असीं उस गल तो प्रेरणा लै सकीए। तो साध संगत ये जरूरी है आपां उस चीज़ नूं समझीए। तर्क करना चंगा हुंदा है पर दिमागी नहीं होना चाहिए। तुहाडा दिल जुड़िया होना चाहिए। जदों बाणी दिलों पढ़ोगे उदों चेते रखियो दिमागी तर्क सिरदर्दी है, दिल जुड़िया होवे सत वचन कह के साखी ते मुकदी गल। अच्छा जे कोई बंदा दिमागी तर्क करे, दसो जी शराब पीनी माड़ी है, दिमागी बंदा सिद्ध कर देगा भी शराब पीनी चंगी है, क्योंकि दिमागी तर्क है वह। वो कहेगा जी ये तो है भी जो ज्यादा पीते मत दूर होवे, जे मत सही रहे फिर पींदे रहना चाहिए। कई बंदे फौज दी उदाहरण देंदे ने, जी फलानी जगह ते इस तरह। मैं उन्होंने कहा वो अलग सबजैक्ट है, गुरु की गल अलग है। किसी चीज़ नाल तुसी तर्क नहीं कर सकते। जिन्हें गुरु की गल दिल करके हिरदे करके मननी है उन्होंने समझ आ जानी है। जित पीते मत दूर होए वरल पवै विच आए, अपना भराया ना पछाणे खसमों धक्के खाए। वो तर्क नहीं करेगा, वो दिलों मन लैंदा बाबा होर खाना खुशी खुआर, जित खाधे तन पीड़ी है मन में चले विकार। जो कहे नहीं जी मैं खा रहा मैं विकारी नहीं हैगा, तो मेरे ते किहड़ा कोई पाबंदी है। दिमागी तर्क जिहड़ा है उन्होंने तुसीं हरा सकते। गुरु का संबंध कल्ला दिमाग वालियां नाल नहीं है। मैं कई बार ये लाइव तो बेनती कही, सिखो टीचर स्कूल विच मोनीटर उन्होंने बनाउंदा है जिहड़ा सारे सवाल जानदा होवे ते कहे जी मैनू आउंदा मैनू आउंदा। पर गुरु के घर विच मोनीटर वो बनता है जिहड़ा सब कुछ जान के कवे मैनू कुछ भी नहीं आउंदा। ना हो जति सती नहीं पढ़िया, मूर्ख मुगदा जन्म पैया, प्रणवत नानक तिन की शरणा जिन तू नाही विसरिया। इत्थे गुरु नानक साहब कहते ने लैणिया संगत नूं भुख लगी है मठियाइयां छकाओ, तो हुण मठियाई तो कोई बनी नहीं। मोरियों पता की कहा महाराज सत वचन, ये नहीं कहा भी मठियाई तो बनी नहीं है। की समझोगे महाराज सत वचन। फिर गुरु नानक साहब महाराज बोले, कहते दरखत नूं इन्नियां मठियाइयां लगियां, लैणिया झाड़ो चढ़ जा किकर दे, झाड़ मठियाइयां। महाराज सत वचन। किकर ते चढ़ जाते ने श्री करतारपुर साहब, हलूणा दिंदे ने, थले चादर विछा लेंदे ने, फुੱਲ डिगदे ने, पत्ते गिरदे ने, मठियाइयां नहीं डिगियां। कोल खलोंदे लोग हस रहे ने। ना दरख्त नूं मठियाई लगदी है, ना मठियाइयां किकरां तो झड़दियां ने। उदां दा गुरु है जिहड़ा हुक्म दे रहा है, उदां दा सिख है जिहड़ा हुक्म मन के किकर ते चढ़ गया। जदों भाई लहणा किकर तो थले भोए उतरे, गुरु नानक साहब ने घुट के गलण लग के कहा तू साडे अंग बन गया। लैणिया गल किकरां ते मठियाइयां दी नहीं सी, गल हुक्म मनण दी सी, गल हुक्म मनण दी सी। गुरमत विच ये नहीं कि मैनूं बहुत आउंदा है, इत्थे सब कुछ आउंदिआं रोज़ कहना जप तप संजम धर्म ना कमाया, सेवा साध ना जानिया हर राया। कहो नानक हम नीच कर्मा, शरण परे की राखो शर्म। श्री गुरु गोबिंद सिंह महाराज काजी राहो तीनों बोले, कहते हाँ वे कोई तर्क काजी साहब लियाओ, अज सुनाओ फिर कोई गल। पर वो दिलों जुड़िया होया सी, गुरु तां चंगा लग रहा सी, वो दिलों जुड़िया होया सी, कल्ला दिमागी नहीं सी। श्री गुरु गोबिंद सिंह महाराज कोल बह के उन्हें एक सवाल किया, कहना महाराज हिंदू भी कहते ने कीते हुए कर्मां दा लेखा देना पैंदा है, साडे इस्लाम विच भी कहते ने उत्थे अमलों के नवेड़े होणगे। बाबा फरीद साहब कहते ने अमल जे कीतियां दुनी विच तां दरगाह आए कम। इस धरती ते अमल कीते दरगाह विच कम आउणगे, विच दुनिया सेव कमाई है तां दरगाह वैसण पाई है। हिंदू भी कहते ने शरीर दे कीते कर्म अगे दरगाह विच कम आउंदे ने, मुसलमान भी कहते ने अमल कीतियां दरगाह च कम आउंदा है। महाराज जे फिर बंदे दे कर्म कीते दरगाह च कम आउणे आ, फिर आ गुरपीरां की चक्करी तुहानूं मत्था टेकण दा की फायदा। तर्क है
जे तुहाडे कीते कर्मां अमलां ते नवेड़ा होना है, फिर गुरु कोल आउण दा की फायदा? फिर गुरु की शरण च मत्था टेकना, सेवा करनी। महाराज ये सब कुछ की? श्री गुरु गोबिंद सिंह महाराज मुस्कुरा पे। तर्क सही है। जे बंदे दा कर्म किता ही दरगाह में जाना है, फिर आप कर्म करांगे चंगे, फिर गुरु कोल कादे वास्ते आउणा है? पातशाह ने एक वचन कहा, कहने काजी साहब, सिख भी सुन रहे थे, कहने काजी साहब मोहर चुकी पातशाह ने जदों हुक्मनामा लिखते सी, वो हुक्म ते मोहर लाउंदे सी, उहदे सामने करके पातशाह ने कहा, काजी लाओ दीनू, काजी साहब इहदे अखर पढ़ियो जरा की लिखिया। काजी ने बड़ी गौर नाल वेख्या, कहने महाराज थोड़ा मेरा विरध शरीर है, नज़र भी घट है, पर नाले गल ये है वे मोहर दे अखर जिहड़े ने वो पुट्ठे लिखे हुए ने मोहर दे उत्ते। महाराज पुट्ठे अखर पढ़ने औखे ने। मोहर दे उपर जो करया होया है वो पुट्ठे पास्यों करया होया है। महाराज ये पढ़ना औखा है, नहीं पढ़ हो रहे। पातशाह ने कहा गौर नाल वेखो, कहना महाराज नहीं पढ़ हो रहे। श्री गुरु गोबिंद सिंह महाराज जी ने उस वक्त पिया होया कागज मोहरे रख के वो मोहर स्याही नाल ला के जदों कागज ते लाई, कहते हुण पढ़ हुंदा है? कहना जी हुण तां पढ़ हुंदा है, देग तेग फतेह लिखे है। महाराज हुण तां पढ़ हुंदा है, हुण तां देग तेग फतेह लिखिया सीधा पढ़ हुंदा है। कहते मोहर दे अखर महाराज पुट्ठे हुंदे ने तां नहीं पढ़ हुंदे। पातशाह ने कहा जिवें मोहर कागज ते लगी उहदे अखर सीधे हो गए। गुरु कोल आउण दा ये फायदा, जिहड़े मत्थे दे कर्म भाग माड़े होण, गुरु चरनां 'च मत्था टेकदियां साध कर्म सिद्धे हो जांदे ने। जिहदे भाग कर्म माड़े होण, गुरु दे चरनां 'च मत्था टेकदियां भाग बदल जांदे ने, कर्म सिद्धे हो जांदे ने। जदों कोई गुरु दे चरनां 'च सीस झुकाउंदा है, उहदे कर्म मस्तक दे भाग बदल जांदे ने। फिर उहनूं पातशाह ने बाणी अंदर कहा, भाई जेड़ा सीस गुरु अगे ना चुके वो सिर चुल्हे च डाह देना चाहिए। क्यों? गुरु चरनां में सीस झुकाए बिना तेरे मत्थे दे भाग नहीं जागने। पातशाह की बाणी ने कहा, उठ फरीदा उजो साज, सवेरे उठ के हथ मुंह धो, इशनान कर, ते फिर की कर, अंदरों चित जोड़ के मस्तक झुका रब दे अगे, सीस झुकाओ उस रब अगे, तेरे कर्म बदलेंगे। पढ़ो, उठ फरीदा उजो साज, सुबह नवाज गुजार, जो सिर साई ना निवे सो सिर कप उतार। अगला श्लोक पढ़ो 71वां। जो सिर साई ना निवे सो सिर की जय काए, कुन्ने हेठ जलाई है बलन संदे थाए। जेड़ा सिर तेरा गुरु अगे ना झुके उन्होंने चुल्हे में डाह देना चाहिए। भाई सीस झुका, अरदास कर तेरे कर्म बदल जान, पर गुरु दे चरनां सिर झुकाना में ते कपट लैके ना आई। जे दिल में कपट है ना, फिर सिर झुकाउण दा कोई फायदा नहीं। जे गुरुद्वारे के कमियां वेखणियां, लंगर च भी आ भी ठीक नहीं, आ भी ठीक नहीं, आ भी ठीक नहीं, फिर नहीं कुछ भी मिलना। इत्थे कमियां औगण वेखण वास्ते नहीं आईदा, इत्थे हिरदे नाल प्रेम प्यार भावना नाल आईदा। संगत विच आईए, साधु कोल आईए, गुरु कोल आईए, उदों सिक्खा दिल विच कपट लैके ना आई, फिर तेरा सिर झुकाया परवान है। जे दिल विच कपट होया, फिर गुरु नानक साहब महाराज ने सुचेत किया, कहते फिर कोई फायदा नहीं होना सिर झुकाए दा। महाराज क्यों? उन्होंने फिर महाराज बचन कहणगे, कहते सिमल रुख सरायरा अत दीर्घत मुच, ओए जे आवे आस कर, जाए नरासे कित फल फिक्के फुल बकबके, कम ना आवे पत मिठत नीवी नानका, गुण चंगियाइयां तत। अगे लिखा, सब को निवै आप को, पर को निवै न कोय, धर तराजू तोलिए निवै सो गौरा होए, अपराधी दूना निवै जो हंता मिरगाए। सीस नवाया क्या थिए, जां हृदय कुसुद्धे जाए। हिरदे विच कपट है, फिर सिर झुकाउण दा कोई फायदा।
ਸੀਸ ਝੁਕਾਈ ਦਿਲ ਵਿੱਚ ਕਪਟ ਨਾ ਹੋਵੇ, ਤੇਰੇ ਮੱਥੇ ਦੇ ਭਾਗ ਬਦਲ ਜਾਣਗੇ, ਜਿਵੇਂ ਮੋਹਰ ਦੇ ਅੱਖਰ ਕਾਗਜ਼ ਤੇ ਝੁਕਿਆਂ ਬਦਲ ਗਏ, ਇਦਾਂ ਗੁਰੂ ਚਰਨਾਂ 'ਚ ਮਸਤਕ ਟੇਕਦਿਆਂ ਤੇਰੇ ਕਰਮ ਬਦਲ ਜਾਣਗੇ, ਤੇਰੇ ਕਰਮ ਤਬਦੀਲ ਹੋ ਸਕਦੇ ਨੇ। ਇਹ ਗੁਰੂ ਦੀ ਸੰਗਤ ਦੀ ਵਡਿਆਈ ਹੈ। ਸਾਧ ਸੰਗਤ, ਮੈਂ ਕਈ ਵਾਰ ਇਹ ਕਥਾ ਸੁਣਾਉਣਾ ਹੁੰਦਾ। ਹਰਿਆਣੇ ਵਿੱਚ ਇੱਕ ਪਿੰਡ ਹੈ, ਉਹਨੂੰ ਡਾਚਰ ਕਹਿੰਦੇ ਨੇ, ਬੜਾ ਵੱਡਾ ਪਿੰਡ ਹੈ, ਕਸਬਾ। ਜਦੋਂ ਬਾਬਾ ਜੀਵਨ ਸਿੰਘ ਜੀ ਉੱਥੇ ਗਏ ਨਾ, ਕਾਰ ਸੇਵਾ ਵਾਲੇ, ਅੱਗੇ ਵੀ ਉੱਥੇ ਜਾਂਦੇ ਸੀ, ਉੱਥੋਂ ਅਗਰਾਈ ਲੈਂਦੇ ਸੀ। ਤਾਂ ਲੰਬਣਾ ਦਾ ਬਹੁਤ ਵੱਡਾ ਖੁੱਲੀ ਹਵੇਲੀ, ਉੱਥੇ ਉੱਚੇ ਪਾਵਿਆਂ ਵਾਲਾ ਮੰਜਾ ਉਹਨੇ ਢਾ ਦਿੱਤਾ, ਚਾਦਰ ਵਿਛਾਤੀ ਕਢਾਈ ਵਾਲੀ। ਤਾਂ ਬਾਬਾ ਜੀ ਉਹਦੇ 'ਤੇ ਬਹਿ ਗਏ, ਮੋਹਰੇ ਤੱਪੜ ਵਿਛਾਤਾ। ਦਰੀਆਂ ਨਹੀਂ ਸੀ ਹੁੰਦੀਆਂ ਉਦੋਂ, ਆ ਖਾਦ ਵਾਲੇ ਥੈਲਿਆਂ ਨੂੰ ਨਾ ਸੀ ਕੇ ਤੱਪੜ ਬਣਾਇਆ ਹੁੰਦਾ ਸੀ, ਜਿੱਥੇ ਝੋਨਾ ਝਾੜਦੇ ਹੁੰਦੇ ਸੀ। ਉਹ ਤੱਪੜ ਵਿਛਾਇਆ, ਸੰਗਤ ਆ ਕੇ ਬਹਿਣ ਲੱਗ ਪਈ। 1-2 ਰੁਪਈਏ ਰੱਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ। ਬਾਬਿਆਂ ਕੋ ਢਾਂਗੂ ਹੁੰਦਾ ਸੀ, ਕਹਿੰਦੇ ਮੱਥਾ ਨਹੀਂ ਟੇਕਣਾ ਭਾਈ, ਫਤਿਹ ਬੁਲਾਓ। ਸੰਗਤ ਆ ਕੇ ਬਹਿਣ ਲੱਗ ਪਈ, ਸੰਗਤ ਹੋਣ ਲੱਗ ਪਈ। ਸਾਧ ਸੰਗਤ, ਇੰਨੇ ਨੂੰ ਇੱਕ ਨੌਜਵਾਨ ਉੱਚਾ ਲੰਬਾ ਕੱਦੋ ਵੀ ਆ ਗਿਆ। ਉਹਨੇ ਆਉਂਦਿਆਂ 5 ਰੁਪਏ ਧਰ ਕੇ ਨਾ ਬਾਬਾ ਜੀ ਨੂੰ ਕਹਿੰਦਾ, ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਦਾਂ ਕਹਿ ਕੇ ਜਿਹੜਾ ਪੌਂਦ ਵੱਲ ਦੇ ਪਾਸੇ ਮੰਜਾ ਖਾਲੀ ਸੀ ਨਾ, ਮੰਜੇ ਤੇ ਬਹਿ ਗਿਆ। ਉਹ ਪਿੰਡ ਦੇ ਬਜ਼ੁਰਗ ਬੋਲ ਪਏ, ਕਹਿੰਦੇ ਉਹ ਸ਼ਰਮ ਕਰ ਮਾੜੀ ਮੋਟੀ, ਤੂੰ ਬਾਬਿਆਂ ਦੇ ਬਰਾਬਰ ਬਹਿ ਗਿਆ, ਥੱਲੇ ਬੈਠ। ਸਾਰੇ ਥੱਲੇ ਬੈਠੇ ਨੇ, ਸਾਰੇ ਭੋਏ ਬੈਠੇ ਨੇ, ਤੂੰ ਉੱਪਰ ਬਹਿ ਗਿਆ ਮੰਜੇ, ਸ਼ਰਮ ਕਰ ਮਾੜੀ ਮੋਟੀ, ਥੱਲੇ ਬੈਠ। ਉਹ ਬਾਬਾ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ, ਬਹਿ ਲੈਣ ਦਿਓ। ਤੇ ਇੰਨੇ ਨੂੰ ਉਹ ਨੌਜਵਾਨ ਬੋਲਿਆ, ਕਹਿੰਦਾ ਐਡਾ ਵੱਡਾ ਮੰਜਾ ਹੈ, ਮੰਜਾ ਖਾਲੀ ਸੀ, ਬਾਬੇ ਨੇ ਇਕੱਲੇ ਨੇ ਬਹਿਣਾ। ਉਹ ਬਜ਼ੁਰਗ ਕਹਿੰਦੇ ਉਹ ਮਾੜੀ ਮੋਟੀ ਇਹਨੂੰ ਕੋਈ ਸ਼ਰਮ ਕਰ, ਉਹ ਥੱਲੇ ਬੈਠ ਕਿਉਂ ਬਰਾਬਰ ਬਹਿ ਗਿਆ। ਬਾਬਾ ਜੀ ਨੇ ਉਹਦੀ ਬਾਂਹ ਪਕੜ ਲਈ, ਆਪਣੇ ਖੱਬੇ ਹੱਥ ਨਾਲ ਬਾਬਾ ਜੀ ਨੇ ਉਹਦਾ ਸੱਜਾ ਗੁੱਟ ਪਕੜ ਲਿਆ, ਬਿਠਾ ਲਿਆ ਉਹਨੂੰ। ਕਹਿੰਦੇ ਬੈਠਾ ਰਹੇ। ਬਜ਼ੁਰਗਾਂ ਨੂੰ ਕਹਿੰਦੇ ਬਸ ਕਰੋ, ਬਹਿ ਲੈਣ ਦਿਓ, ਜੇ ਬੈਠਾ ਕਿਸੇ ਗੱਲ ਕਰਕੇ ਬੈਠਾ। ਉਹ ਪਿੰਡ ਦੇ ਬਜ਼ੁਰਗ ਕਹਿੰਦੇ ਬਾਬਾ ਜੀ ਤੁਹਾਨੂੰ ਨਹੀਂ ਪਤਾ, ਇਹ ਪੱਕਾ ਸ਼ਰਾਬੀ ਹੈ, ਅਜੇ ਰਾਤ ਦੀ ਉਤਰੀ ਨਹੀਂ ਹੋਣੀ ਇਹਦੀ, ਨਿੱਤ ਦਾ ਸ਼ਰਾਬੀ ਹੈ, ਰਾਤ ਵਾਲੀ ਉਤਰੀ ਨਹੀਂ ਹੋਣੀ ਇਹਦੀ, ਇਹ ਤੁਹਾਡੇ ਬਰਾਬਰ ਬਹਿ ਗਿਆ। ਕਹਿੰਦੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਸੰਗਤ ਕਨੇਰੀ ਜੁੜ ਗਈ ਤੇ ਬਾਬਾ ਜੀ ਨੇ ਕਿਹਾ ਭਾਈ ਹੁਣ ਥੋੜੀ ਦੇਰ ਸਿਮਰਨ ਕਰ ਲਓ। ਸਾਰੀ ਸੰਗਤ ਨੂੰ ਫਿਰ ਬਾਬਾ ਜੀ ਨੇ ਜਪਾਇਆ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਜਪੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਜਿੰਨੀ ਦੇਰ ਬਾਬਾ ਜੀ ਨਾਮ ਜਪਾਉਂਦੇ ਰਹੇ ਨਾ, ਖੱਬੇ ਹੱਥ ਨਾਲ ਉਹਦਾ ਸੱਜਾ ਗੁੱਟ ਫੜੀ ਰੱਖਿਆ ਹੱਥ, ਐਂ ਲੱਗ ਰਿਹਾ ਸੀ ਜਿਵੇਂ ਕਿਸੇ ਨੂੰ ਗੁੱਟ ਤੋਂ ਫੜਿਆ ਹੋਇਆ ਬਾਂਹ ਤੋਂ, ਤੇ ਸਾਧ ਸੰਗਤ ਹੁਣ ਸਿੱਧਾ ਹੀ ਟੀਕਾ ਲੱਗ ਰਿਹਾ, ਸਿੱਧਾ ਹੀ ਗੁਲੂਕੋਂ ਚੜ ਰਿਹਾ। ਜਦੋਂ 20-25 ਮਿੰਟ ਅੱਧਾ ਘੰਟਾ ਬਾਬਾ ਜੀ ਨੇ ਨਾਮ ਜਪਾ ਲਿਆ, ਉਗਰਾਹੀ ਪਿੰਡ ਚੋਂ ਹੋ ਗਈ ਸੰਗਤ, ਹੋਰ ਜੁੜ ਗਈ। ਤੇ ਸਾਧ ਸੰਗਤ ਹੁਣ ਬਾਬਾ ਜੀ ਨੇ ਉਹਦੇ ਵੱਲ ਮੂੰਹ ਕੀਤਾ, ਉਹਨੂੰ ਵੇਖ ਕੇ ਨੌਜਵਾਨ ਨੂੰ ਕਹਿੰਦੇ, ਹਾਂ ਵੇ ਕਾਕਾ ਹੁਣ ਦੱਸ ਤੇਰਾ ਨਾਂ ਕੀ ਹੈ ਵੇ, ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਮ ਸ਼ੀਸ਼ਾ, ਮੇਰਾ ਨਾਮ ਸੀਸਾ ਮਹਾਰਾਜ। ਤੇ ਬਾਬਾ ਜੀ ਕਹਿੰਦੇ, ਹੱਸ ਕੇ ਕਹਿੰਦੇ, ਓਏ ਸ਼ੀਸ਼ਾ ਹੋ ਕੇ ਵਿਗੜਿਆ ਫਿਰਦਾ। ਕਹਿੰਦੇ ਸ਼ੀਸ਼ੇ ਵਿੱਚ ਤਾਂ ਲੋਕ ਆਪਣੀਆਂ ਸੂਰਤਾਂ ਸਵਾਰਦੇ ਨੇ, ਉਹ ਤੂੰ ਸੀਸਾ ਹੋ ਕੇ ਵਿਗੜਿਆ ਫਿਰਨਾ। ਸੀਸੇ ਵਿੱਚ ਤਾਂ ਲੋਕ ਆਪਣੀਆਂ ਸੂਰਤਾਂ ਸਵਾਰਦੇ ਨੇ, ਆ ਤੈਨੂੰ ਇਦਾਂ ਦਾ ਸ਼ੀਸ਼ਾ ਬਣਾ ਦਈਏ, ਤੇਰੇ ਵਿੱਚੋਂ ਲੋਕ ਆਪਣੀ ਸੀਰਤ ਸਵਾਰਿਆ ਕਰਨਗੇ। ਤੈਨੂੰ ਇਦਾਂ ਦਾ ਸ਼ੀਸ਼ਾ ਬਣਾਵਾਂਗੇ, ਤੇਰੇ ਵਿੱਚੋਂ ਲੋਕ ਆਪਣੀ ਸੀਰਤ ਸਵਾਰਿਆ ਕਰਨਗੇ। ਸਾਡੇ ਨਾਲ ਚੱਲੇਗਾ? ਕਹਿੰਦੇ ਮਹਾਰਾਜ ਲੈ ਜਾਓ।
ਕਹਿੰਦੇ ਚੱਲ ਫਿਰ ਘਰੋਂ ਇੱਕ ਅੱਧਾ ਆਪਣਾ ਕੁੜਤਾ ਚੁੱਕ ਲਿਆ। ਸਾਧ ਸੰਗਤ ਜਿਹਨੂੰ ਪਿੰਡ ਦੇ ਕਹਿੰਦੇ ਸੀ ਸ਼ਰਾਬੀ ਹੈ, ਰਾਤ ਦੀ ਉੱਤਰੀ ਨਹੀਂ ਹੋਣੀ, ਉਹਨੂੰ ਬਾਬਾ ਜੀਵਨ ਸਿੰਘ ਜੀ ਨਾਲ ਲੈ ਗਏ। ਤੁਸੀਂ ਹੈਰਾਨ ਹੋਵੋਗੇ, ਐਸੀ ਸੇਵਾ ਹਜ਼ੂਰ ਸਾਹਿਬ ਦੀ ਧਰਤੀ ਤੇ ਕਮਾਈ, ਐਸਾ ਸਾਧੂਆਂ ਦਾ ਵਚਨ ਕਮਾਇਆ। ਇੱਕ ਦਿਨ ਵਕਤ ਆਇਆ, ਸ਼ਰਾਬੀ ਤੋਂ ਸੰਤ ਹੁੰਦਿਆਂ ਦੇਰ ਨਾ ਲੱਗੀ। ਅੱਜ ਜਿੰਨੀਆਂ ਹਜ਼ੂਰ ਸਾਹਿਬ ਦੀਆਂ ਤੁਸੀਂ ਕਾਰ ਸੇਵਾ ਵਾਲੀਆਂ ਗੱਡੀਆਂ ਵੇਖੋਗੇ ਨਾ, ਲੰਗਰ ਸਾਹਿਬ ਦੀਆਂ, ਸਾਰੀਆਂ ਗੱਡੀਆਂ ਤੇ ਲਿਖਿਆ ਹੁੰਦਾ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਜੀ। ਜਿਹਨੂੰ ਲੋਕ ਸ਼ਰਾਬੀ ਕਹਿੰਦੇ ਸੀ, ਅੱਜ ਉਹ ਸੰਤ ਹੈ। ਜਿਹਨੂੰ ਲੋਕ ਸ਼ਰਾਬੀ ਕਹਿੰਦੇ ਸੀ, ਜਿੱਥੇ ਬਾਬਾ ਨਿਧਾਨ ਸਿੰਘ ਦੀ ਗੱਡੀਆਂ ਤੇ ਲਿਖਿਆ ਹੋਇਆ ਕਾਰ ਸੇਵਾ, ਉੱਥੇ ਗੱਡੀਆਂ ਦੇ ਉੱਪਰ ਲਿਖਿਆ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਜੀ। ਸ਼ਰਾਬੀ ਤੋਂ ਜੇ ਕਿਸੇ ਨੂੰ ਸੰਤ ਬਣਾ ਸਕਦਾ, ਉਹ ਸਾਧੂ ਸੰਤ ਬਣਾ ਸਕਦਾ। ਸਾਧੂ ਕੋਲ ਇੰਨੀ ਪਾਵਰ ਹੈ, ਉਹ ਸ਼ਰਾਬੀ ਨੂੰ ਵੀ ਸੰਤ ਬਣਾ ਦਿੰਦਾ। ਕਿਉਂ? ਉਹਦੇ ਕੋਲ ਮੰਤਰ ਇੰਨਾ ਦ੍ਰਿੜ ਹੋ ਜਾਂਦਾ, ਆਪਣੇ ਦ੍ਰਿੜ ਮੰਤਰ ਚੋਂ ਕਿਸੇ ਨੂੰ ਵੀ ਦੇ ਸਕਦਾ। ਮਾਫ ਕਰਿਓ, ਕਾਰਡ ਜਿੰਨੇ ਮਰਜ਼ੀ ਜੇਬ 'ਚ ਕੋਈ ਪਾਈ ਫਿਰੇ, 3-4 ਬੈਂਕਾਂ ਦੇ, ਜਦ ਤੱਕ ਅਕਾਊਂਟ 'ਚ ਪੈਸਾ ਨਾ ਹੋਵੇ, ਕਾਰਡਾਂ ਦੀ ਕੋਈ ਵੈਲਿਊ ਨਹੀਂ। ਆਪਾਂ ਕਹਿੰਦੇ ਆਪਾਂ ਸਿੱਖ ਬਣੇ ਆ, ਸਾਡੇ ਕੋਲ ਜਮਾ ਨਹੀਂ ਹੋ ਰਿਹਾ ਉਹ ਸਭ ਕੁਝ। ਸਾਧੂ ਕੋਲ ਇੰਨਾ ਕੁ ਦ੍ਰਿੜ ਜਮਾ ਹੋ ਜਾਂਦਾ, ਉਹ ਆਪਣੇ ਜਮਾ ਕੀਤੇ ਨਾਮ ਚੋਂ ਕਿਸੇ ਦਾ ਵੀ ਭਲਾ ਕਰ ਸਕਦਾ ਹੈ। ਇਹੀਓ ਗੱਲ ਭਾਈ ਗੁਰਦਾਸ ਸਾਹਿਬ ਨੇ ਲਿਖੀ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜੰਪੁਰ ਗਿਆ ਪੁਕਾਰ ਸੁਣ, ਵਿਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖੇ ਹੁਣ, ਧਰਮ ਰਾਏ ਨੂੰ ਆਖਿਆ ਫਿਰ ਸਿੱਧਾ, ਕਹਿੰਦਾ ਸਭਨਾਂ ਦੀ ਕਰ ਬੰਦ ਖਲਾਸੀ। ਉਹਨੇ ਕਹਿੰਦੀ ਮੈਂ ਨਹੀਂ ਕਰ ਸਕਦਾ। ਕਹਿੰਦੇ ਕਿਉਂ? ਕਹਿੰਦੇ ਨਹੀਂ ਨਾਮ ਨਹੀਂ ਜਪਿਆ, ਇਹਨੀ ਭਗਤੀ ਨਹੀਂ ਕੀਤੀ, ਕੋਈ ਕਰਮ ਨਹੀਂ ਕੀਤੇ, ਇਹਨਾਂ ਨੂੰ ਕਿਵੇਂ ਮੁਕਤ ਕਰਦਾ? ਕਹਿੰਦੇ ਹੁਣ ਉਹ ਭਗਤੀ ਕਰਨ ਵਾਲਾ ਭਗਤ ਰਾਜਾ ਜਨਕ ਕਹਿੰਦਾ, ਗਹਿਣੇ ਧਰਿਓ ਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਲੈ ਮੈਂ ਜਿੰਨਾ ਜਪਿਆ, ਮੇਰੇ ਕੋਲ ਜਿੰਨਾ ਜਮਾ ਹੈ ਨਾ ਨਾਮ, ਆ ਗਹਿਣੇ ਰੱਖਤ, ਜਿੰਨੇ ਛੱਡ ਸਕਦਾ ਉਹਨੇ ਛੱਡ ਦੇ। ਕੋਈ ਬੰਦਾ ਕੋਈ ਅਪਰਾਧ ਕਰਕੇ ਜੇਲ੍ਹ 'ਚ ਚਲ ਜਾਏ, ਤੁਸੀਂ ਜ਼ਮੀਨ ਦੀ ਜ਼ਮਾਨਤ ਦੇ ਕੇ ਛਡਾਉਂਦੇ ਹੋ ਕਿ ਨਹੀਂ ਛਡਾਉਂਦੇ? ਕਿਸੇ ਬੰਦੇ ਕੋਲੋਂ ਕੋਈ ਅਪਰਾਧ ਹੋ ਜਾਏ, ਜੇਲ੍ਹ 'ਚ ਚਲ ਜਾਏ, ਜੱਜ ਜ਼ਮੀਨ ਦੇ ਖੇਤ ਦੀ ਫਰਦ ਮੰਗਦਾ, ਜ਼ਮੀਨ ਵਾਲਾ ਬੰਦਾ ਫਰਦ ਰੱਖ ਕੇ ਉਹਨੂੰ ਜੇਲ੍ਹ 'ਚੋਂ ਛਡਾ ਲੈਂਦਾ। ਯਾਦ ਰੱਖਿਓ, ਰੱਬ ਦੀ ਦਰਗਾਹ 'ਚ ਕਰਮਾਂ 'ਚ ਵੱਜਿਆ ਬੰਦਾ ਕੋਈ ਸਾਧੂ ਕੋਲ ਬੰਦਗੀ ਵਾਲਾ ਹੋਵੇ, ਉਹ ਆਪਣੀ ਜਾਮਣੀ ਦੇ ਕੇ ਉੱਥੇ ਵੀ ਛਡਾ ਲੈਂਦਾ।